ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 3 ਨਵੰਬਰ ਹੈ ਤੇ ਦਿਨ ਮੰਗਲਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਅਸੀਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸ਼ਹੀਦ ਸੁਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਿਆਂ ਨੇ ਧਰਮ ਤੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ, ਕਿਉਂਕਿ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਹੋ ਗਏ ਸੀ। ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਇਹੀ ਹੈ ਕਿ ਮੋਦੀ ਸਰਕਾਰ ਨੇ ਬਿਨਾਂ ਬਹਿਸ ਤੋਂ ਹੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਵਿਰੋਧੀ ਧਿਰਾਂ ਬਹਿਸ ਕਰਨ ਦੇ ਲਈ ਰੌਲਾ ਪਾਉਂਦੀਆਂ ਰਹੀਆਂ, ਪਰ ਮੋਦੀ ਸਰਕਾਰ ਨੇ ਜ਼ੁਬਾਨੀ ਵੋਟਾਂ ਦੇ ਨਾਲ ਹੀ ਕਾਨੂੰਨ ਰੱਦ ਕਰਨ ਦਾ ਰਾਹ ਚੁਣ ਲਿਆ। ਕਿਸਾਨ ਲੀਡਰਾਂ ਨੇ ਸਰਕਾਰ ਨੂੰ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਬਾਕੀ ਮੰਗਾਂ ਸਾਡੀਆਂ ਅੱਜ ਮੰਨ ਲਈਆਂ ਜਾਣ, ਨਹੀਂ ਤਾਂ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਤੇ ਐਮਰਜੈਂਸੀ ਬੈਠਕ ਹੈ ਜਿਹੜੀ ਉਹ ਹੋਵੇਗੀ ਤੇ ਉਸ ਦੇ ਵਿੱਚ ਕਿਸਾਨ ਕੋਈ ਹੋਰ ਫੈਸਲਾ ਲੈ ਸਕਦੇ ਨੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਹੈ। ਸੰਸਦ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਦਿੱਲੀ ਦੇ ਮੋਰਚਿਆਂ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਜਿੰਨੇ ਮੋਰਚੇ ਕਿਸਾਨਾਂ ਦੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਦੇ ਚਿਹਰੇ ਖਿੜ ਉੱਠੇ ਨੇ। ਟਿੱਕਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਨੇ ਆਪਣੇ ਝੰਡਿਆਂ ਦੇ ਨਾਲ ਸਟੇਜ ਵੱਲ ਮਾਰਚ ਕੱਢਿਆ। ਸਿੰਘੂ ਬਾਰਡਰ ਤੇ ਕਿਸਾਨਾਂ ਦੇ ਹਮਾਇਤੀਆਂ ਨੇ ਸੰਘਰਸ਼ੀ ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ, ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ, ਪਰ ਨਾਲ ਹੀ ਸਾਥੀਆਂ ਦੇ ਜਾਣ ਦਾ ਦੁੱਖ ਵੀ ਕਿਸਾਨਾਂ ਨੂੰ ਨਹੀਂ ਭੁੱਲਦਾ। ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਬਾਰੇ ਸਿਖਰਲੇ ਮਾਹਿਰ ਨੇ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਖੇਤੀ ਸੁਧਾਰਾਂ ਬਾਰੇ ਫੈਸਲਾ ਕਿਸਾਨਾਂ ਤੇ ਸੰਬੰਧਿਤ ਨਾਲ ਅਰਥਪੂਰਨ ਸਲਾਹ ਮਸ਼ਵਰੇ ਨਾਲ ਲੈਣ ਦੀ ਆਸ ਜਤਾਈ ਹੈ। ਮਿਸ਼ੇਲ ਫਾਖਰੀ ਨੇ ਕਿਹਾ ਕਿ ਇਹ ਗੱਲ ਵੀ ਚਿੱਟੇ ਦਿਨ ਵਾਂਗੂ ਸਾਫ਼ ਹੋ ਗਈ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਬਹੁਮੁੱਲਾ ਸੰਦ ਹੈ ਤੇ ਸ਼ਾਂਤੀਪੂਰਨ ਤਰੀਕੇ ਨਾਲ ਕੀਤੇ ਪ੍ਰਦਰਸ਼ਨਾਂ ਦੇ ਨਾਲ ਵੀ ਨੀਤੀਆਂ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਤੇ ਇਸ ਵਾਰੀ ਜਨਰਲ ਇਜਲਾਸ ਦੇ ਵਿੱਚ ਵੋਟਾਂ ਰਾਹੀਂ ਚੋਣ ਹੋਈ ਹੈ। ਅੰਤਰਿਮ ਕਮੇਟੀ ਦੇ ਵਿੱਚ 11 ਮੈਂਬਰ ਚੁਣੇ ਗਏ ਨੇ। ਕਰਨੈਲ ਸਿੰਘ ਪੰਜੋਲੀ ਦੀ ਵੀ ਜਨਰਲ ਸਕੱਤਰ ਵਜੋਂ ਚੋਣ ਹੋਈ ਹੈ ਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਰੰਧਾਵਾ ਵਿਰੋਧੀ ਧਿਰ ਵਜੋਂ ਕਮੇਟੀ ਦੇ ਮੈਂਬਰ ਬਣੇ ਨੇ। ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਤੇ ਢੀਂਡਸਾ ਧੜੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ, ਸਾਰੀਆਂ ਸੀਟਾਂ ਤੇ ਚੋਣ ਲੜਾਂਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੈਪਟਨ ਨੇ ਮੁਲਾਕਾਤ ਕੀਤੀ ਹੈ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਇਸ ਗੱਲ ਤੋਂ ਸਦਾ ਹੀ ਇਨਕਾਰ ਕਰਦੇ ਰਹੇ ਨੇ ਕਿ ਅਸੀਂ ਕੈਪਟਨ ਦੇ ਨਾਲ ਨਾ ਕੋਈ ਗੱਲਬਾਤ ਕਰ ਰਹੇ ਹਾਂ, ਨਾ ਹੀ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਮੁੱਦੇ ਤੇ ਸੁਣਵਾਈ ਕਰਦਿਆਂ ਸੈਂਟਰਲ ਵਿਸਟਾ ਪ੍ਰੋਜੈਕਟ ਤੇ ਹੋਰ ਉਸਾਰੀ ਕਾਰਜਾਂ ਨਾਲ ਸੰਬੰਧਿਤ ਮੁੱਦਿਆਂ ਤੇ ਮੋਦੀ ਸਰਕਾਰ ਨੂੰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ ਕਿ ਦਿੱਲੀ ਦੇ ਵਿੱਚ ਪਾਬੰਦੀਆਂ ਲੱਗੀਆਂ ਹੋਣ ਦੇ ਬਾਵਜੂਦ ਵੀ ਸੈਂਟਰਲ ਵਿਸਟਾ ਪ੍ਰੋਜੈਕਟ ਵਿੱਚ ਉਸਾਰੀ ਦਾ ਕੰਮ ਆਖਿਰਕਾਰ ਕਿਉਂ ਚੱਲ ਰਿਹਾ ਹੈ। ਸੁਪਰੀਮ ਕੋਰਟ ਨੇ ਦਿੱਲੀ ਤੇ ਹੋਰ ਸੂਬਿਆਂ ਤੋਂ ਵੀ ਜਵਾਬ ਮੰਗੇ ਨੇ ਕਿ ਪ੍ਰਦੂਸ਼ਣ ਨੂੰ ਲੈ ਕੇ ਤੁਸੀਂ ਕਰ ਕੀ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਨੂੰ ਫਿਰੋਜ਼ਪੁਰ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ, ਜਿੱਥੇ 4 ਦਰਜਨ ਅਹੁਦੇਦਾਰਾਂ ਨੇ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਹਲਕੇ ਤੋਂ ਰੋਹਿਤ ਵੋਰਾ ਨੂੰ ਟਿਕਟ ਦਿੱਤੇ ਜਾਣ ਤੋਂ ਇਹ ਸਾਰੇ ਅਹੁਦੇਦਾਰ ਪਰੇਸ਼ਾਨ ਹਨ, ਨਾਰਾਜ਼ ਹਨ। ਇਸ ਕਰਕੇ ਅਸਤੀਫੇ ਦੇਣ ਦਾ ਐਲਾਨ ਕੀਤਾ ਗਿਆ ਹੈ। ਰੋਹਿਤ ਵੋਰਾ ਨੇ ਕਿਹਾ ਕਿ ਬਾਗੀ ਹੋਏ ਅਹੁਦੇਦਾਰ ਉਹਨਾਂ ਦੇ ਪਰਿਵਾਰ ਦਾ ਯਾਨੀ ਕਿ ਮੇਰੇ ਪਰਿਵਾਰ ਦਾ ਹੀ ਹਿੱਸਾ ਨੇ ਤੇ ਮੈਂ ਰੁੱਸਿਆਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਸਿੱਖਿਆ ਮਾਡਲ ਤੇ ਸਵਾਲ ਚੁੱਕੇ ਨੇ, ਨਾਲ ਹੀ ਕੇਜਰੀਵਾਲ ਤੋਂ ਕੀਤੇ ਗਏ ਵਾਅਦਿਆਂ ਦਾ ਹਿਸਾਬ ਵੀ ਮੰਗਿਆ ਹੈ। ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਤੇ ਮੁੜ ਹਮਲਾ ਕੀਤਾ ਹੈ, ਕਿਹਾ ਕਿ ਫਰਜ਼ੀ ਲੀਡਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਫਰਜ਼ੀ ਅੰਕੜੇ ਪੇਸ਼ ਕਰ ਰਹੇ ਨੇ। ਉਹਨਾਂ ਉਮੀਦ ਪ੍ਰਗਟਾਈ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੱਲੋਂ 250 ਸਕੂਲਾਂ ਦੇ ਟਿਕਾਣਿਆਂ ਸੰਬੰਧੀ ਜਾਰੀ ਕੀਤੀ ਗਈ ਸੂਚੀ ਸਹੀ ਸੀ, ਪਰ ਮੈਂ ਜੋ ਲਿਖਿਆ ਸੀ ਉਹ ਉਹਨਾਂ ਨੇ ਪੜ੍ਹਿਆ ਹੀ ਨਹੀਂ। ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸਕੂਲਵਾਰ ਦਾਖਲਾ ਨੰਬਰ, ਪੱਕੇ ਅਧਿਆਪਕਾਂ ਤੇ ਖਾਲੀ ਅਸਾਮੀਆਂ, 10ਵੀਂ ਦੇ ਨਤੀਜਿਆਂ ਤੇ ਪ੍ਰਿੰਸੀਪਲਾਂ ਦੇ ਨਾਵਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਸੀ। ਪੰਜਾਬ ਦੇ ਵਿੱਚ ਬੀਜੇਪੀ ਫਿਰ ਸੁਪਨੇ ਦੇਖ ਰਹੀ ਹੈ। ਪੰਜਾਬ ਦੇ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਫਿਰ ਹਾਈ ਲੈਵਲ ਮੀਟਿੰਗ ਕੀਤੀ ਅਧਿਕਾਰੀਆਂ ਨਾਲ ਅਤੇ ਸਿੱਖਿਆ ਵਿਭਾਗ ਦੇ ਵਿੱਚ 10,880 ਅਸਾਮੀਆਂ ਦੀ ਭਰਤੀ ਦਾ ਐਲਾਨ ਕਰ ਦਿੱਤਾ ਹੈ। ਪ੍ਰਾਇਮਰੀ ਸਕੂਲਾਂ ਦੇ ਵਿੱਚ 2,000 ਸਰੀਰਕ ਸਿੱਖਿਆ ਅਧਿਆਪਕ ਭਰਤੀ ਕਰਨ ਦੇ ਹੁਕਮ ਵੀ ਚਾੜ ਦਿੱਤੇ ਨੇ।
ਚਰਨਜੀਤ ਚੰਨੀ ਨੇ ਰਮਸਾ ਅਧੀਨ ਭਰਤੀ ਕੀਤੇ ਗਏ ਲਗਭਗ 1000 ਹੈੱਡਮਾਸਟਰਾਂ ਤੇ ਅਧਿਆਪਕਾਂ ਦੀ ਲਟਕਦੀ ਮੰਗ ਨੂੰ ਮੰਨਦਿਆਂ ਵਿੱਤ ਵਿਭਾਗ ਨੂੰ ਤਨਖਾਹਾਂ ਲਈ ਸੂਬੇ ਦਾ ਬਣਦਾ ਹਿੱਸਾ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਸਿਹਤ ਵਿਭਾਗ ਦੇ ਵਿੱਚ 3400 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਚੰਨੀ ਨੇ ਐਲਾਨ ਤਾਂ ਬਹੁਤ ਵੱਡਾ ਹੈ, ਪਰ ਅਮਲ ਦੇ ਵਿੱਚ ਕਦੋਂ ਆਏਗਾ ਇਹ ਦੇਖਣ ਵਾਲੀ ਗੱਲ ਜ਼ਰੂਰ ਰਹੇਗੀ। ਕਾਂਗਰਸ MP ਮਹਾਰਾਣੀ ਪ੍ਰਨੀਤ ਕੌਰ ਵੀ ਕਾਂਗਰਸ ਤੋਂ ਬਾਗੀ ਹੋ ਚੁੱਕੇ ਨੇ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਕੈਪਟਨ ਫॉर 2022 ਯਾਨੀ ਕਿ ਕੈਪਟਨ ਫॉर 2022 ਦੀ ਪ੍ਰੋਫਾਈਲ ਤਸਵੀਰ ਲਾਈ ਹੈ। ਈਡੀ ਦੇ ਵੱਲੋਂ ਮਨੀ ਲਾਂਡਰਿੰਗ ਦੇ ਕਥਿਤ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 3 ਦਸੰਬਰ ਤੱਕ ਅੱਗੇ ਪਾ ਦਿੱਤੀ ਹੈ। ਖਹਿਰਾ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਵੋਟਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਨੇ, ਸਿਆਸੀ ਲੀਡਰ ਵੀ ਡੇਰਾ ਸਿਰਸਾ ਦੇ ਨਾਲ ਨੇੜਤਾ ਵਧਾਉਣ ਲੱਗੇ ਨੇ, ਜਿਸ ਦਾ ਮੁਖੀ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ। ਦਰਅਸਲ ਮਾਲਵਾ ਇਲਾਕੇ ਦੇ ਵਿੱਚ ਪਿਛਲੇ ਦਿਨੀ 2 ਵੱਡੇ ਇਕੱਠ ਕੀਤੇ ਜਾਣ ਤੋਂ ਬਾਅਦ ਸਿਆਸੀ ਲੀਡਰਾਂ ਦੇ ਵਿੱਚ ਥੋੜੀ ਹਲਚਲ ਹੋ ਗਈ ਹੈ ਤੇ 2 ਥਾਵਾਂ ਤੇ ਜਿੱਥੇ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਉਣ ਦੇ ਨਾਂ ਤੇ ਡੇਰੇ ਵਾਲਿਆਂ ਨੇ ਇਕੱਠ ਕੀਤਾ, ਉੱਥੇ ਸਿਆਸੀ ਲੀਡਰ ਵੱਧ ਤੋਂ ਵੱਧ ਪਹੁੰਚੇ ਹੋਏ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ, ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ ਡਾਕਟਰ ਵਿਜੇ ਕੁਮਾਰ ਸਿੰਗਲਾ ਤੇ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਵੀ ਇੱਥੇ ਪਹੁੰਚੇ ਹੋਏ ਸੀ। ਯਾਨੀ ਕਿ ਹਰ ਪਾਰਟੀ ਦਾ ਲੀਡਰ ਡੇਰਾ ਸਿਰਸਾ ਦੇ ਨਾਲ ਹੁਣ ਨੇੜਤਾ ਵਧਾਉਣ ਲੱਗਿਆ। ਪੰਜਾਬ ਸਰਕਾਰ ਦੇ ਵੱਲੋਂ 4480 ਪੁਲਿਸ ਕਾਂਸਟੇਬਲਾਂ ਦੀ ਭਰਤੀ ਲਈ ਉਮੀਦਵਾਰਾਂ ਦੇ ਲਿਖਤੀ ਇਮਤਿਹਾਨਾਂ ਤੋਂ ਬਾਅਦ ਜਾਰੀ ਕੀਤੀ ਗਈ ਸੂਚੀ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ 25650 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਤੱਥਾਂ ਦੇ ਉਲਟ ਹੈ। ਉਹਨਾਂ ਦੋਸ਼ ਲਾਇਆ ਕਿ ਇਹਦੇ ਵਿੱਚ ਫਰਜ਼ੀ ਨਾਵਾਂ ਦੀ ਭਰਮਾਰ ਹੈ। ਪੰਜਾਬ ਤੋਂ ਬਾਹਰਲੇ ਉਮੀਦਵਾਰਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪ੍ਰੀਖਿਆਰਥੀਆਂ ਨੇ ਫਰੀਦਕੋਟ ਤਲਵੰਡੀ ਰੋਡ ਜਾਮ ਕੀਤਾ ਤੇ ਵਿਵਾਦਿਤ ਸੂਚੀ ਵਿੱਚ ਤੁਰੰਤ ਸੋਧ ਕਰਨ ਦੀ ਮੰਗ ਕੀਤੀ ਹੈ ਤੇ 3 ਦਸੰਬਰ ਨੂੰ ਜਲੰਧਰ ਵਿੱਚ ਭਰਤੀ ਲਈ ਹੋ ਰਹੇ ਟ੍ਰਾਇਲ ਦੇ ਵਿੱਚ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਲੰਗਰ ਬਾਬਾ ਜਗਦੀਸ਼ ਲਾਲ ਆਹੂਜਾ ਦੀ ਮੌਤ ਹੋ ਗਈ ਹੈ। ਜਗਦੀਸ਼ ਲਾਲ ਆਹੂਜਾ ਆਪਣੀ ਕਰੋੜਾਂ ਦੀ ਸੰਪत्ति ਵੇਚ ਕੇ 40 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਸੀ। ਉੱਤਰੀ ਭਾਰਤ ਦੇ ਪ੍ਰਸਿੱਧ ਹਸਪਤਾਲ PGI ਸਣੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ 40 ਸਾਲਾਂ ਤੋਂ ਉਹ ਲੰਗਰ ਲਾਉਂਦੇ ਆ ਰਹੇ ਸੀ। 2020 ਦੇ ਵਿੱਚ ਲੰਗਰ ਬਾਬਾ ਦੀ ਸਮਾਜ ਸੇਵਾ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਥੋੜੇ ਦਿਨ ਪਹਿਲਾਂ ਰਾਸ਼ਟਰਪਤੀ ਭਵਨ ਦੇ ਵਿੱਚ ਪੁਰਸਕਾਰ ਸਮਾਰੋਹ ਹੋਇਆ ਸੀ, ਪਰ ਸਿਹਤ ਠੀਕ ਨਾ ਹੋਣ ਕਰਕੇ ਲੰਗਰ ਬਾਬਾ ਇਸ ਸਮਾਰੋਹ ਦੇ ਵਿੱਚ ਨਹੀਂ ਜਾ ਸਕੇ। ਜਗਦੀਸ਼ ਲਾਲ ਆਹੂਜਾ ਦੀ ਅੰਤਿਮ ਯਾਤਰਾ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ। ਕਿਸਾਨਾਂ ਦੀ ਪਹਿਲੀ ਜਿੱਤ ਮੁਕੰਮਲ ਹੋ ਚੁੱਕੀ ਹੈ। 29 ਨਵੰਬਰ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਕਿਸਾਨਾਂ ਦੇ ਸੰਘਰਸ਼ ਦਾ ਸੁਨਹਿਰਾ ਇਤਿਹਾਸ ਲਿਖਿਆ ਗਿਆ ਹੈ, ਕਿਉਂਕਿ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਖੇਤੀ ਕਾਨੂੰਨ ਨੂੰ ਰੱਦ ਕਰਨ ਵਾਲਾ ਬਿੱਲ ਹੈ ਜਿਹੜਾ ਉਹ ਪਾਸ ਕਰ ਦਿੱਤਾ ਗਿਆ। ਹੁਣ ਸਿਰਫ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਲੋਕ ਸਭਾ ਨੂੰ ਮੰਗਲਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਬਿੱਲ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੇ ਸਾਰ ਹੀ ਕਾਨੂੰਨ ਰੱਦ ਹੋ ਜਾਣਗੇ ਤੇ ਜ਼ਾਹਿਰ ਤੌਰ ਤੇ ਜਦੋਂ ਹਕੂਮਤ ਚਾਹੁੰਦੀ ਹੋਵੇ ਤਾਂ ਰਾਸ਼ਟਰਪਤੀ ਭਾਰਤ ਦੇ ਵਿੱਚ ਰਬੜ ਸਟੈਂਪ ਦੇ ਵਾਂਗੂ ਮੰਨੇ ਜਾਂਦੇ ਨੇ ਤੇ ਜਦੋਂ ਲੋਕ ਸਭਾ ਤੇ ਰਾਜ ਸਭਾ ਦੋਨੇ ਜਿਹੜੇ ਸਦਨ ਨੇ ਉਹ ਬਿੱਲ ਪਾਸ ਕਰ ਦਿੰਦੇ ਨੇ ਤਾਂ ਰਾਸ਼ਟਰਪਤੀ ਨੂੰ ਸਟੈਂਪ ਲਾਉਣੀ ਹੀ ਪੈਂਦੀ ਹੈ। ਸੋ ਰਾਸ਼ਟਰਪਤੀ ਸਟੈਂਪ ਲਾ ਦੇਣਗੇ, ਯਾਨੀ ਕਿ ਤਿੰਨੇ ਖੇਤੀ ਦੇ ਕਾਲੇ ਕਾਨੂੰਨ ਲਾਗੂ ਹੋਣ ਤੋਂ ਬਿਨਾਂ ਹੀ ਰੱਦ ਹੋ ਜਾਣਗੇ। ਸ਼ਾਇਦ ਇਹ ਬਹੁਤ ਹੀ ਰੇਅਰ ਹੁੰਦਾ ਹੈ, ਬਹੁਤ ਹੀ ਘੱਟ ਵਾਪਰਦਾ ਹੈ ਕਿ ਸਰਕਾਰ ਆਪਣੇ ਵੱਲੋਂ ਲਾਗੂ ਕੀਤਾ ਗਿਆ ਕੋਈ ਕਾਨੂੰਨ ਖੁਦ ਹੀ ਰੱਦ ਕਰ ਦੇਵੇ। ਅਜਿਹਾ ਜ਼ਰੂਰ ਹੁੰਦਾ ਆਇਆ ਹੈ ਕਿ ਕਿਸੇ ਸਰਕਾਰ ਨੇ ਬਿੱਲ ਲਾਗੂ ਕੀਤਾ ਹੋਵੇ, ਕਾਨੂੰਨ ਬਣਾਇਆ ਹੋਵੇ ਤੇ ਜਿਹੜੀ ਉਹਨਾਂ ਦੀ ਵਿਰੋਧੀ ਸਰਕਾਰ ਹੈ ਉਹ ਆ ਕੇ ਉਸ ਬਿੱਲ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਸ ਬਿੱਲ ਦੀ ਪਛਾਣ ਨੂੰ ਬਦਲ ਦੇਵੇ, ਉਸ ਬਿੱਲ ਦੇ ਵਿੱਚ ਸੋਧ ਕਰ ਦੇਵੇ, ਪਰ ਬਿੱਲ ਨੂੰ ਰੱਦ ਕਰਨਾ ਬਹੁਤ ਘੱਟ ਵਾਪਰਦਾ ਹੈ। ਤੇ ਇਹ ਤਾਂ ਕਿਸਾਨਾਂ ਨੇ ਸ਼ਾਇਦ ਕਹਿ ਸਕਦੇ ਹਾਂ ਕਿ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਰੱਦ ਕਰਵਾਇਆ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਬੂਰ ਪਿਆ ਹੈ, ਜਿਹੜਾ ਕਿ ਸ਼ੁਰੂ ਹੋਇਆ ਸੀ 2020 ਦੇ ਵਿੱਚ। 2020 ਦੇ ਜੁਲਾਈ ਅਗਸਤ ਮਹੀਨੇ ਤੋਂ ਇਹ ਸੰਘਰਸ਼ ਸ਼ੁਰੂ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਤੇ ਲਗਾਤਾਰ ਇਸ ਸੰਘਰਸ਼ ਨੂੰ 1.5 ਸਾਲ ਬੀਤਣ ਵਾਲਾ ਹੈ ਤੇ ਮੋਦੀ ਸਰਕਾਰ ਨੇ ਆਖਿਰਕਾਰ ਕਿਸਾਨਾਂ ਦੇ ਸੰਘਰਸ਼ ਦੇ ਮੂਹਰੇ ਗੋਡੇ ਟੇਕੇ ਨੇ। ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਕਾਰਵਾਈ ਸ਼ੁਰੂ ਹੋਈ। ਲੋਕ ਸਭਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪੇਸ਼ ਕੀਤਾ। ਜਿਸ ਤਰੀਕੇ ਦਾ ਖੇਤੀਬਾੜੀ ਮੰਤਰੀ ਦਾ ਲਹਿਜ਼ਾ ਸੀ, ਇਹ ਮਤਲਬ ਅੰਦਾਜ਼ਾ ਲੱਗ ਰਿਹਾ ਸੀ, ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਖੇਤੀਬਾੜੀ ਮੰਤਰੀ ਬਹੁਤ ਹੀ ਭਰੇ ਮਨ ਦੇ ਨਾਲ ਦਿਲ ਤੇ ਪੱਥਰ ਰੱਖ ਕੇ ਇਹ ਬਿੱਲ ਰੱਦ ਕਰਨ
ਦਾ ਜਿਹੜਾ ਮਤਾ ਹੈ ਉਹ ਪੇਸ਼ ਕਰ ਰਹੇ ਸੀ ਤੇ ਜਿਵੇਂ ਹੀ ਖੇਤੀਬਾੜੀ ਮੰਤਰੀ ਨੇ ਬਿੱਲ ਪੇਸ਼ ਕੀਤਾ ਤੇ ਉਸ ਨੂੰ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਗਿਆ ਤਾਂ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ। ਲੋਕ ਸਭਾ ਦੀ ਕਾਰਵਾਈ ਨੂੰ ਦੁਪਹਿਰੇ 2 ਵਜੇ ਤੱਕ ਮੁਅੱਤਲ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਹਾਲਾਂਕਿ ਬਿੱਲ ਦਾ ਖਰੜਾ ਲੋਕ ਸਭਾ ਮੈਂਬਰਾਂ ਨੂੰ ਭੇਜਿਆ ਗਿਆ ਸੀ, ਪਰ ਇਸ ਦੀ ਸ਼ਬਦਾਵਲੀ ਨੂੰ ਲੈ ਕੇ ਲੋਕ ਸਭਾ ਮੈਂਬਰਾਂ ਨੇ ਇਤਰਾਜ਼ ਜਤਾਇਆ ਸੀ। ਉਹ ਚਾਹੁੰਦੇ ਸੀ ਕਿ ਇਸ ਬਿੱਲ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ, ਸਰਕਾਰ ਦੀ ਨੀਅਤ ਹੈ ਜਿਹੜੀ ਉਹ ਐਕਸਪੋਜ਼ ਹੋਣੀ ਚਾਹੀਦੀ ਹੈ, ਉਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਇਹਨਾਂ ਬਿੱਲਾਂ ਦੇ ਵਿੱਚ ਐਸਾ ਲਿਖਿਆ ਕੀ ਸੀ ਜਿਹੜਾ ਕਿ ਕਿਸਾਨਾਂ ਨੇ ਮਨਜ਼ੂਰ ਨਹੀਂ ਕੀਤਾ। ਉਹਨਾਂ ਤੇ ਜਿੰਨਾ ਮਰਜ਼ੀ ਤਸ਼ੱਦਦ ਹੋਇਆ, ਉਹਨਾਂ ਨੂੰ ਜਿੰਨਾ ਮਰਜ਼ੀ ਸਰਕਾਰ ਨੇ ਰੋਕਿਆ, ਪਰ ਉਹ ਇਸੇ ਮੰਗ ਤੇ ਡਟੇ ਰਹੇ, ਅੜੇ ਰਹੇ। 11 ਬੈਠਕਾਂ ਹੋਈਆਂ, ਉਹਨਾਂ ਦੇ ਵਿੱਚ ਵੀ ਕਿਸਾਨ ਇੱਕ ਸਟੈਂਡ ਤੇ ਹੀ ਅੜੇ ਰਹੇ ਕਿ ਅਸੀਂ ਇਹ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ। ਆਖਿਰਕਾਰ ਕੀ ਸੀ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜਾ ਕਿਸਾਨਾਂ ਦੇ ਭਵਿੱਖ ਨੂੰ ਹੀ ਖਤਮ ਕਰਦਾ ਸੀ ਤੇ ਵਿਪਕਸ਼ ਮਾਫ ਕਰਨਾ ਵਿਰੋਧੀ ਧਿਰ ਹੈ ਜਿਹੜੀ ਉਹ ਚਾਹੁੰਦੀ ਸੀ ਕਿ ਇਸ ਮੁੱਦੇ ਦੇ ਉੱਤੇ ਬਹਿਸ ਹੋਵੇ। ਲੋਕ ਸਭਾ ਦੀ ਰਾਜ ਸਭਾ ਦੀ ਇਹ ਪ੍ਰਕਿਰਿਆ ਹੁੰਦੀ ਹੈ, ਇਹ ਨਿਯਮ ਹੁੰਦਾ ਹੈ ਕਿ ਜੇ ਕੋਈ ਬਿੱਲ ਪਾਸ ਹੋਣਾ ਹੈ ਤਾਂ ਵੀ ਉੱਤੇ ਚਰਚਾ ਹੋਣੀ ਹੈ, ਜੇ ਕੋਈ ਬਿੱਲ ਰੱਦ ਹੋਣਾ ਹੈ ਤਾਂ ਵੀ ਉੱਤੇ ਚਰਚਾ ਹੋਣੀ ਜ਼ਰੂਰੀ ਹੈ। ਪਰ ਨਾ ਤਾਂ ਇਸ ਬਿੱਲ ਨੂੰ ਪਾਸ ਕਰਨ ਵੇਲੇ ਜਦੋਂ ਲਾਗੂ ਕੀਤੇ ਗਏ ਸੀ, ਨਾ ਤਾਂ ਉਦੋਂ ਚਰਚਾ ਕੀਤੀ ਗਈ ਤੇ ਨਾ ਹੀ ਹੁਣ ਚਰਚਾ ਕੀਤੀ ਗਈ। ਸੋ ਇਸ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ ਲੀਡਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਨੇ ਸੰਸਦ ਭਵਨ ਦੇ ਵਿੱਚ ਧਰਨਾ ਵੀ ਦਿੱਤਾ। ਲੋਕ ਸਭਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਮੁਅੱਤਲ ਕੀਤੀ ਗਈ ਸੀ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਪਾਸ ਕੀਤਾ ਗਿਆ, ਜਿੱਥੇ ਉੱਥੇ ਵੀ ਮਤਲਬ ਬਿਨਾਂ ਬਹਿਸ ਤੋਂ ਹੀ ਇਹ ਬਿੱਲ ਹੈ ਜਿਹੜਾ ਪਾਸ ਕਰ ਦਿੱਤਾ ਗਿਆ। आइटम नंबर 12 माननीय कृषि मंत्री जी। अध्यक्ष महोदय, मैं प्रस्ताव करता हूं कि कृषक सशक्तिकरण और संरक्षण, कीमत आश्वासन और कृषि सेवा पर करार विधेयक 2020, कृषक उपज व्यापार और वाणिज्य संवर्धन और सरलीकरण विधेयक 2020, आवश्यक वस्तु संशोधन विधेयक 2020 का निरसन और आवश्यक वस्तु अधिनियम 1955 का संशोधन करने वाले विधेयक को पुनर्स्थापित करने की अनुमति प्रदान की जाए। प्रश्न है कि विधेयक को पुनर्स्थापित करने की अनुमति प्रदान की जाए। जो सदस्य इसके पक्ष में हाँ कहें, जो सदस्य विरोध में ना कहें। मेरे विचार में निर्णय हाँ वालों के पक्ष में, हाँ वालों के पक्ष में। मंत्री जी विधेयक को पुनर्स्थापित करें। अध्यक्ष महोदय, मैं विधेयक पुनर्स्थापित करता हूँ। नियम 377 के अधीन मामले सभा पटल पर रखने की अनुमति दी जाती है। ਲੋਕ ਸਭਾ ਦੇ ਸਪੀਕਰ ਨੇ ਵਿਰੋਧੀ ਧਿਰ ਦੀ ਬਿੱਲ ਤੇ ਬਹਿਸ ਦੀ ਮੰਗ ਨੂੰ ਠੁਕਰਾ ਦਿੱਤਾ। ਸਪੀਕਰ ਨੇ ਭਰੋਸਾ ਦਿੱਤਾ ਕਿ ਚਰਚਾ ਕਰਵਾਵਾਂਗੇ। ਉਸ ਤੋਂ ਬਾਅਦ ਵਿਰੋਧੀ ਧਿਰ ਨੇ ਜਦੋਂ ਜ਼ੋਰ ਪਾਇਆ ਤਾਂ ਫਿਰ 2 ਵਜੇ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਵਿਰੋਧੀਆਂ ਨੇ ਕਿਸਾਨਾਂ ਦੇ ਮੁੱਦੇ ਤੇ ਨਾਅਰੇਬਾਜ਼ੀ ਕੀਤੀ। सर आज सर धजिया उड़ाए जा रहे हैं सर। सदन की जो कानून है सर देखिए ये जो फॉर्म बिल लाए जा रहे हैं इसमें लिखा है कि कॉन्सिडरेशन एंड पासिंग। तो जब कॉन्सिडरेशन एंड पासिंग के सवाल आते हैं तो चर्चा क्यों नहीं किया जाएगा सर? ये सदन में आज नहीं, 2014 साल में 6 रिपील और 14 से ज्यादा बिल को रिपील किया गया सर, लेकिन उस समय चर्चा हुई थी। 6 बिल रिपील सर, 6 कानून रिपील किया गया था, फिर भी उस समय चर्चा हुई थी सर। एक बात सर, छोटी सी निवेदन है सर, हमारे बैठिए। ਸੋ ਇਸ ਰੌਲੇ ਰੱਪੇ ਦੇ ਦਰਮਿਆਨ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਖੇਤੀ ਕਾਨੂੰਨ ਪਾਸ ਹੋਣ ਵਕਤ ਇਸ ਤੇ ਬਹੁਤ ਚਰਚਾ ਹੋਈ ਸੀ। ਸੋ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੋਰਾ ਹੀ ਝੂਠ ਹੈਗਾ, ਕਿਉਂਕਿ ਉਦੋਂ ਸਭ ਨੇ ਇਸ ਸਾਰੇ ਮੀਡੀਆ ਨੇ ਵੀ ਇਸ ਗੱਲ ਦੀ ਕਵਰੇਜ ਕੀਤੀ ਸੀ। ਵਿਰੋਧੀ ਧਿਰਾਂ ਨੇ ਵੀ ਦੱਸਿਆ ਸੀ ਕਿ ਬਿੱਲ ਦੇ ਉੱਤੇ ਕੋਈ ਵੀ ਬਹਿਸ ਹੀ ਨਹੀਂ ਹੋਈ ਤੇ ਜਿਹੜੀ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਸਰਕਾਰ ਰਿਕਾਰਡ ਕਰਦੀ ਹੈ ਉਹ ਸਾਹਮਣੇ ਵੀ ਹੈ ਸਭ ਦੇ, ਕਿ ਜਦੋਂ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਸੀ ਕਿ ਇਹਨਾਂ ਕਾਨੂੰਨਾਂ ਦੇ ਉੱਤੇ ਚਰਚਾ ਹੋਵੇ ਪਰ ਚਰਚਾ ਨਹੀਂ ਹੋਈ ਸੀ। ਤੇ ਪ੍ਰਹਲਾਦ ਜੋਸ਼ੀ ਕਹਿੰਦੇ ਨੇ ਕਿ ਸਾਰਾ ਵਿਰੋਧੀ ਧਿਰ ਪਹਿਲਾਂ ਤਾਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਿਹਾ ਸੀ, ਹੁਣ ਜਦੋਂ ਅਸੀਂ ਰੱਦ ਕਰ ਰਹੇ ਹਾਂ ਤਾਂ ਉਹ ਹੰਗਾਮਾ ਕਰ ਰਹੇ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਚਾਹੁੰਦੇ ਕੀ ਨੇ। ਦੂਜੇ ਪਾਸੇ ਬਹਿਸ ਤੋਂ ਬਿਨਾਂ ਖੇਤੀ ਕਾਨੂੰਨ ਰੱਦ ਕਰਨ ਦਾ ਵਿਰੋਧੀ ਧਿਰਾਂ ਨੇ ਸਾਰੀਆਂ ਨੇ ਵਿਰੋਧ ਕੀਤਾ। ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਬਿਨਾਂ ਕਿਸੇ ਬਹਿਸ ਦੇ ਸੰਸਦ ਵਿੱਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਅੱਗੇ ਵਧਾਉਣਾ ਚਾਹੁੰਦੀ, ਜਦਕਿ 16 ਮਹੀਨੇ ਪਹਿਲਾਂ ਪਾਸ ਕੀਤਾ ਗਿਆ ਕਾਨੂੰਨ ਗੈਰ ਜਮਹੂਰੀ ਸੀ। ਇਸ ਨੂੰ ਰੱਦ ਕਰਨ ਦਾ ਤਰੀਕਾ ਹੋਰ ਵੀ ਜ਼ਿਆਦਾ ਗੈਰ ਜਮਹੂਰੀ ਹੈ।
ਇਸ ਕਰਕੇ ਵਿਰੋਧੀ ਧਿਰ ਇਸ ਕਾਨੂੰਨ ਨੂੰ ਰੱਦ ਕਰਨ ਤੋਂ ਪਹਿਲਾਂ ਇਸ ਤੇ ਉਸਾਰੂ ਚਰਚਾ ਕਰਨ ਦੀ ਮੰਗ ਕਰ ਰਹੀ ਸੀ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਤਿੰਨੇ ਕਾਨੂੰਨ ਨੇ ਜਿਹੜੇ ਉਹ ਵਾਪਸ ਲੈਣੇ ਹੀ ਪੈਣਗੇ। ਹੁਣ ਕਾਨੂੰਨ ਵਾਪਸ ਹੋ ਗਏ ਨੇ, ਪਰ ਇਹ ਮੰਦਭਾਗਾ ਹੈ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਬਿਨਾਂ ਕਿਸੇ ਚਰਚਾ ਦੇ ਵਾਪਸ ਲੈ ਲਿਆ। ਸਰਕਾਰ ਚਰਚਾ ਤੋਂ ਘਬਰਾ ਰਹੀ ਹੈ, ਭੱਜ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਕਿਹਾ ਕਿ 3 ਖੇਤੀ ਕਾਨੂੰਨ ਜਦੋਂ ਲਿਆਂਦੇ ਗਏ ਨਾ ਉਦੋਂ ਚਰਚਾ ਕੀਤੀ ਗਈ ਤੇ ਜਦੋਂ ਵਾਪਸ ਕੀਤੇ ਗਏ ਨੇ, ਰੱਦ ਕੀਤੇ ਗਏ ਨੇ, ਨਾ ਹੀ ਉਦੋਂ ਚਰਚਾ ਕੀਤੀ ਗਈ, ਕਿਉਂਕਿ ਜੇ ਚਰਚਾ ਹੁੰਦੀ ਤਾਂ ਜਵਾਬ ਦੇਣਾ ਪੈਂਦਾ, ਹਿਸਾਬ ਦੇਣਾ ਪੈਂਦਾ। ਕਿਹੜੀਆਂ ਗੱਲਾਂ ਦਾ? ਖੇਤੀ ਨੂੰ ਮੁੱਠੀ ਭਰ ਜਿਹੜੇ ਵਪਾਰੀ ਹੈਗੇ ਨੇ ਵੱਡੇ, ਉਹਨਾਂ ਨੂੰ ਵੇਚਣ ਦੇ ਛੜਯੰਤਰ ਦਾ ਜਵਾਬ ਦੇਣਾ ਪੈਂਦਾ। 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦਾ ਜਵਾਬ ਦੇਣਾ ਪੈਂਦਾ। ਫਸਲਾਂ ਤੇ MSP ਨਾ ਦੇਣ ਦਾ ਜਵਾਬ ਦੇਣਾ ਪੈਂਦਾ, ਹਿਸਾਬ ਦੇਣਾ ਪੈਂਦਾ, ਜਿਹੜਾ ਕਿ ਸਰਕਾਰ ਦੇ ਹੀ ਨਹੀਂ ਸਕਦੀ। ਸੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਮੌਕੇ ਜਿਹੜਾ ਹੰਗਾਮਾ ਹੋਇਆ, ਉਸ ਤੋਂ ਬਾਅਦ ਰਾਜ ਸਭਾ ਦੇ 12 ਮੈਂਬਰ ਨੇ ਜਿਹੜੇ ਉਹ ਮੁਅੱਤਲ ਕਰ ਦਿੱਤੇ ਗਏ ਨੇ। CPM ਦੇ ਏਲਾਰਾਮ ਕਰੀਮ, ਕਾਂਗਰਸ ਦੇ ਫੁੱਲੋ ਦੇਵੀ ਨੇਤਾਮ ਛਾਇਆ ਵਰਮਾ, ਆਰ ਬੋਰਾ, ਰਾਜਮਣੀ ਪਟੇਲ, सैयद नासिर हुसैन, अखिलेश प्रसाद सिंह, CPI ਦੇ ਬਿਨਾਏ ਬਿਸਵਮ, ਤ੍ਰਿਣਮੂਲ ਕਾਂਗਰਸ ਦੇ ਡੋਲਾ ਸੇਨ, ਸ਼ਾਂਤਾ ਛੇਤਰੀ, शिव सेना ਦੇ ਪ੍ਰਿਯੰਕਾ ਚਤੁਰਵੇਦੀ ਤੇ ਅਨਿਲ ਦੇਸਾਈ, ਇਹਨਾਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਲੀਡਰਾਂ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੇ ਵਿੱਚ ਹੰਗਾਮਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਗਈ ਹੈ। ਸੋ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨਾਂ ਦੇ ਮੋਰਚਿਆਂ ਦੇ ਉੱਤੇ ਕੀ ਹਾਲਾਤ ਨੇ, ਕੀ ਹਾਲ ਨੇ, ਕਿਸ ਤਰ੍ਹਾਂ ਜਿਹੜੇ ਕਿਸਾਨ ਹੈਗੇ ਨੇ ਉਹ ਇਸ ਖਬਰ ਤੋਂ ਬਾਅਦ ਰਿਐਕਟ ਕਰ ਰਹੇ ਨੇ, ਉਹ ਸਾਰਾ ਅਸੀਂ ਤੁਹਾਨੂੰ ਵੱਖ-ਵੱਖ ਜਿਹੜੇ ਸੋਰਸਿਸ ਨੇ ਉਹਨਾਂ ਦੇ ਰਾਹੀਂ ਤੁਹਾਨੂੰ ਤਸਵੀਰਾਂ ਦਿਖਾਉਨੇ ਹਾਂ। ਇੱਥੇ ਜਿਹੜੇ ਨੌਜਵਾਨ ਹੈਗੇ ਨੇ, ਨੌਜਵਾਨ ਪਹੁੰਚੇ ਹੋਏ ਨੇ, ਉਹਨਾਂ ਨੇ ਆਪਣੀ ਗਾਣੇ ਗਾ ਕੇ ਵੀ ਖੁਸ਼ੀ ਹੈ ਜਿਹੜੀ ਉਹਦਾ ਪ੍ਰਗਟਾਵਾ ਕੀਤਾ ਹੈ। ਫੁੱਲਾਂ ਦੀ ਵਰਖਾ ਕਿਸਾਨਾਂ ਦੇ ਉੱਤੇ ਕੀਤੀ ਜਾ ਰਹੀ ਹੈ, ਲੱਡੂ ਵੰਡੇ ਜਾ ਰਹੇ ਨੇ, ਭੰਗੜੇ ਵੀ ਪਾਏ ਜਾ ਰਹੇ ਨੇ, ਕਿਉਂਕਿ ਕਿਸਾਨਾਂ ਦੀ ਪਹਿਲੀ ਜਿੱਤ ਹੋਈ ਹੈ। ਤੇ ਅਸੀਂ ਵੀ ਕਿਸਾਨਾਂ ਨੂੰ, ਅੰਨਦਾਤੇ ਨੂੰ ਇਸ ਪਹਿਲੀ ਫਤਿਹ ਤੇ ਉਹਨਾਂ ਨੂੰ ਮੁਬਾਰਕਬਾਦ ਜ਼ਰੂਰ ਦੇਵਾਂਗੇ, ਕਿਉਂਕਿ 700 ਤੋਂ ਵੱਧ ਸ਼ਹਾਦਤਾਂ ਹੋਈਆਂ ਨੇ, ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਤੇ ਕਿਸਾਨਾਂ ਨੇ ਜਿਸ ਹਿੰਮਤ, ਹੌਸਲੇ, ਸਬਰ, ਸਿਦਕ ਤੇ ਦ੍ਰਿੜਤਾ ਦਿਖਾਈ ਹੈਗੀ ਹੈ ਪੂਰੀ ਦੁਨੀਆ ਨੂੰ, ਉਸ ਦੀ ਮਿਸਾਲ ਸ਼ਾਇਦ ਰਹਿੰਦੀ ਦੁਨੀਆ ਤੱਕ ਦਿੱਤੀ ਜਾਇਆ ਕਰੇਗੀ। ਇਸ ਕਿਸਾਨ ਅੰਦੋਲਨ ਤੇ ਕਿਤਾਬਾਂ ਨੇ ਜਿਹੜੀਆਂ ਉਹ ਲਿਖੀਆਂ ਜਾ ਰਹੀਆਂ ਨੇ, ਇਸ ਕਿਸਾਨ ਅੰਦੋਲਨ ਤੇ ਗਾਣੇ ਲਿਖੇ ਜਾ ਰਹੇ ਨੇ, ਇਹ ਕਿਸਾਨ ਅੰਦੋਲਨ ਇਤਿਹਾਸ ਸਿਰਜ ਰਿਹਾ ਹੈ। ਸੋ ਸੰਘਰਸ਼ ਕਰ ਰਹੇ ਯੋਧਿਆਂ ਨੂੰ ਮੁਬਾਰਕਬਾਦ ਦੇਣੀ, ਵਧਾਈਆਂ ਦੇਣੀਆਂ ਤਾਂ ਬਣਦੀਆਂ ਨੇ। ਹੱਕ ਮੰਗਣੇ ਆਏ ਆ ਪਰ ਰੌਂ ਰੌਂ ਕਰਦੇ ਨਹੀਂ, ਕਿਸੇ ਨੂੰ ਡਰਾਉਂਦੇ ਨਹੀਂ ਤੇ ਕਿਸੇ ਕੋਲੋਂ ਡਰਦੇ ਨਹੀਂ। ਆਪਣੇ ਮੂੰਹੋਂ ਨਹੀਂ ਕਹਿੰਦੇ, ਪੁੱਛ ਲਈ ਬਸ਼ਿੰਦਿਆਂ ਤੋਂ, ਕਿਹੋ ਜੇ ਇੱਥੇ ਨਹੀਂ ਕਿਰਦਾਰ ਆਏ ਸੀ। ਮੁੜਾਂਗੇ ਪੰਜਾਬ ਜਦੋਂ ਜਿੱਤ ਕੇ ਮੈਦਾਨ, ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਇੱਜ਼ਤਾਂ ਦੇ ਰਾਖੇ ਪਹਿਰੇਦਾਰ ਆਏ ਸੀ। ਆ ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਸਾਡਾ ਪਾਣੀ ਮੁੜੂਗਾ, ਸਾਡਾ ਜਿਹੜਾ ਜ਼ਹਿਰ ਬਣ ਗਿਆ ਉਹ ਘਟੂਗਾ, ਔਰ ਉਹਦੇ ਲਈ ਇੱਕ ਕਮੇਟੀ ਬਣਾਉਣੀ ਹੈ। ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਕਿ ਇੱਕ ਕਮੇਟੀ ਬਣੂਗੀ, ਉਸ ਕਮੇਟੀ ਦੀ ਫਾਰਮੇਸ਼ਨ ਕੀ ਹੋਵੇ ਇਹ ਜ਼ਰੂਰੀ ਹੈ, ਕਿਉਂਕਿ ਇਹ ਜੰਗ ਤੁਸੀਂ ਜਿੱਤੀ ਹੈ, ਇਹ ਲੜਾਈ ਸਮੂਹਕ ਹੈ, ਇਹਦੇ ਲੀਡਰ ਤੁਸੀਂ ਵੀ ਹੋ। ਸੋ ਹੁਣ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਬੜਾ ਅਹਿਮ ਸਵਾਲ ਉੱਠਦਾ ਹੈ ਕਿ ਕੀ ਹੁਣ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿ ਰਹੇ ਨੇ ਕਿ ਅੰਦੋਲਨ ਹੁਣ ਖਤਮ ਕਰ ਦੇਣਾ ਚਾਹੀਦਾ ਹੈ। ਕੀ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ? ਦਿੱਲੀ ਦੇ ਬਾਰਡਰ ਖਾਲੀ ਹੋ ਜਾਣਗੇ? ਇਹ तमाम ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਹਾਲਾਂਕਿ ਜਦੋਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ, ਉਸ ਤੋਂ ਬਾਅਦ ਹਰ ਕਿਸਾਨ ਇਹੀ ਕਹਿੰਦਾ ਸੀ ਕਿ MSP ਦਾ ਕਾਨੂੰਨ ਲਏ ਬਿਨਾਂ ਅਸੀਂ ਇੱਥੋਂ ਨਹੀਂ ਹਿੱਲਾਂਗੇ। ਇਹ ਤਾਂ ਹਾਲੇ ਸਾਡੀ ਜਿੱਤ ਦੀ ਸ਼ੁਰੂਆਤ ਹੈ, ਹਾਲੇ ਸਾਡੇ ਸੰਘਰਸ਼ ਨੂੰ ਜਿੱਤਣ ਦੀ ਸ਼ੁਰੂਆਤ ਹੈ। ਕਿਸਾਨ ਲੀਡਰ ਕੀ ਕਹਿ ਰਹੇ ਨੇ ਉਹ ਵੀ ਆਪਾਂ ਜ਼ਰੂਰ ਜਾਣ ਲੈਂਦੇ ਹਾਂ। ਕਿਸਾਨ ਲੀਡਰ ਰਾਕੇਸ਼ ਟਿਕੈਤ, ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਮੋਰਚਾ ਜਾਰੀ ਰਹੇਗਾ। 4 ਦਸੰਬਰ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਸੀਂ MSP ਅਤੇ ਹੋਰ ਕਿਸਾਨੀ ਮੰਗਾਂ ਤੇ ਚਰਚਾ ਕਰਾਂਗੇ। ਸਰਕਾਰ ਨੂੰ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਰਕਾਰ ਇਸ ਵਹਿਮ ਦੇ ਵਿੱਚ ਨਾ ਰਹੇ ਕਿ ਅਸੀਂ ਗੱਲਬਾਤ करे तो बिना इथों चले जावांगे। सरकार से एक जो बातचीत का रास्ता है वो पूर्ण रूप से बंद हो जाए, इस गलतफहमी में सरकार ना रहे। हम प्लेटफॉर्म बिल्कुल साफ करके जाएंगे, सरकार से बात करे बगैर जाएंगे नहीं। एक बातचीत का रास्ता खोलकर सरकार से जाएंगे। इन मामलों का समाधान हो गया, एक अभी इसमें रह गया
और उसी के साथ में 1 साल के दौरान आंदोलन में जो नफा नुकसान हुआ वो इशू है, इस पे सरकार बैठ के बातचीत करे। ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਕਿਸਾਨ ਲੀਡਰ ਨੇ। ਉਹਨਾਂ ਨੇ ਕਿਹਾ ਕਿ 750 ਕਿਸਾਨ ਸਾਡੇ ਸ਼ਹੀਦ ਹੋ ਗਏ ਨੇ, ਕੀ ਅਸੀਂ ਜਸ਼ਨ ਮਨਾਈਏ? ਹੁਣ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜ਼ਰੂਰ ਪਾਸ ਹੋ ਗਿਆ ਖੇਤੀ ਕਾਨੂੰਨ ਰੱਦ ਕਰਨ ਦਾ, ਜਿਸ ਫੈਸਲੇ ਤੋਂ ਅਸੀਂ ਖੁਸ਼ ਹਾਂ, ਪਰ ਸਾਡੇ ਕਈ ਖਦਸ਼ੇ ਤੇ ਕਈ ਮੰਗਾਂ ਵੀ ਰਹਿੰਦੀਆਂ ਨੇ। ਹਲੇ MSP ਦਾ ਕਾਨੂੰਨ ਬਣਨਾ ਚਾਹੀਦਾ ਹੈ, ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਇਹ ਗੁਰਨਾਮ ਸਿੰਘ ਚੜੂਨੀ ਨੇ ਕਿਹਾ। ये उन शहीदों की शहीदियों का फल है जिन्होंने पिछले 1 साल से आंदोलन करते सड़कों पे अपनी जानें गंवाई हैं, आंदोलनों में अपनी जानें गंवाई हैं। 750 किसान अभी तक शहीद हो चुके हैं और उन बुजुर्गों का, बच्चों का, माताओं बहनों का उनकी मेहनत का फल है जो 2 डिग्री टेम्परेचर पे, 45 डिग्री टेम्परेचर पे इन सड़कों पे पड़े रहे। 4 तारीख की मीटिंग हमने रखी हुई है और 4 तारीख तक सरकार और क्या क्या करती है उस पे 4 तारीख को विचार करके अगला कदम उठाएंगे। उधर ਸਿੰਘੂ ਬਾਰਡਰ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਹੋਈ। ਉਹਨਾਂ ਨੇ ਇਸ ਦਿਨ ਨੂੰ ਇਤਿਹਾਸਿਕ ਦਿਨ ਦੱਸਿਆ ਹੈ ਜਦੋਂ ਹਕੂਮਤ ਨੂੰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੇ ਝੁਕਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਸਾਡੀ ਜਿੱਤ ਹੋਈ ਹੈ ਤੇ ਸਾਡੇ ਸੰਘਰਸ਼ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਵੱਡੇ ਹੁੰਦੇ ਨੇ, ਲੋਕਾਂ ਦੀ ਹੀ ਜਿੱਤ ਹੋਈ ਹੈ ਇਸ ਸੰਘਰਸ਼ ਦੇ ਵਿੱਚ। ਬਾਕੀ ਉਹਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2020 ਉਹ ਰੱਦ ਹੋਣਾ ਚਾਹੀਦਾ ਹੈ, ਕਿਸਾਨਾਂ ਤੇ ਦਰਜ ਕੇਸ ਵਾਪਸ ਹੋਣੇ ਚਾਹੀਦੇ ਨੇ, ਮੁਆਵਜ਼ੇ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ, MSP ਦਾ ਕਾਨੂੰਨ ਬਣਨਾ ਚਾਹੀਦਾ ਹੈ। ਤੇ ਇਹ ਵੀ ਕਿਸਾਨ ਲੀਡਰਾਂ ਨੇ ਦੱਸਿਆ ਸਿੰਘੂ ਬਾਰਡਰ ਤੋਂ ਕਿ ਅਸੀਂ 1 ਦਿਨ ਦੀ ਮੌਲਤ ਦਿੱਤੀ ਹੈ ਸਰਕਾਰ ਨੂੰ, 1 ਦਿਨ ਤੋਂ ਬਾਅਦ ਜਿਹੜਾ ਹੈਗਾ ਬੁੱਧਵਾਰ ਨੂੰ ਫਿਰ ਮੀਟਿੰਗ ਕੀਤੀ ਜਾਵੇਗੀ, ਯਾਨੀ ਕਿ 1 ਦਸੰਬਰ ਨੂੰ ਸਵੇਰੇ 11 ਵਜੇ SKM ਦੀ ਮੀਟਿੰਗ ਬੁਲਾਈ ਗਈ ਹੈ। ਐਮਰਜੈਂਸੀ ਮੀਟਿੰਗ ਹੋਏਗੀ ਸੰਯੁਕਤ ਕਿਸਾਨ ਮੋਰਚੇ ਦੀ। ਉਸ ਤੋਂ ਬਾਅਦ ਜਿਹੜੀ 4 ਦਸੰਬਰ ਨੂੰ ਮੀਟਿੰਗ ਹੋਣੀ ਸੀ ਉਹ ਜਿਉਂ ਦੀ ਤਿਉਂ ਹੈ, ਉਹਦੇ ਵਿੱਚ ਕੋਈ ਬਦਲਾਅ ਨਹੀਂ ਹੈ। ਪਰ ਹੁਣ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਇਹ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਕਿ 1 ਦਸੰਬਰ ਨੂੰ ਮੁੜ ਕਿਸਾਨ ਮੋਰਚੇ ਦੀ ਬੈਠਕ ਹੋਏਗੀ। ਸਰਕਾਰ ਨੂੰ 1 ਦਿਨ ਦਾ ਸਮਾਂ ਦਿੱਤਾ ਹੈ, ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਬਾਕੀ ਮੰਗਾਂ ਮੰਨਣ ਦੇ ਲਈ 1 ਦਿਨ ਦਾ ਸਮਾਂ ਦਿੱਤਾ ਹੈ, ਯਾਨੀ ਕਿ ਹਾਲੇ ਕਿਸਾਨ ਉੱਥੋਂ ਵਾਪਸ ਨਹੀਂ ਆਉਣਗੇ। ਇਹ ਕਿਸਾਨ ਲੀਡਰਾਂ ਦੀ ਰਾਏ ਹੈ, ਪਰ ਆਮ ਕਿਸਾਨ ਇਸ ਤੇ ਕੀ ਕਹਿੰਦੇ ਨੇ ਉਹ ਰਾਏ ਹੈ ਜਿਹੜੀ ਉਹ ਹਾਲੇ ਜਾਣਨੀ ਬਹੁਤ ਜ਼ਰੂਰੀ ਹੈ। ਉਹ ਅਸੀਂ ਸਿੱਧ ਕਰ ਦਿਖਾਇਆ ਕਿ ਲੋਕ ਵੱਡੇ ਹੁੰਦੇ ਆ, ਹਕੂਮਤਾਂ ਨਹੀਂ ਵੱਡੀਆਂ ਹੁੰਦੀਆਂ। ਅੱਜ ਲੋਕਾਂ ਦੀ ਕਚਹਿਰੀ ਨੇ ਜੋ ਫੈਸਲਾ ਕੀਤਾ ਸੀ ਕਿ 3 ਕਾਨੂੰਨ ਰੱਦ ਕਰੋ, ਉਹ ਰੱਦ ਹੋ ਚੁੱਕਿਆ। ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਰਾਜ ਸਭਾ 'ਚ ਆਪਾਂ ਬਿੱਲ ਪਾਸ ਕਰਾਉਣਾ, ਆਪਾਂ ਲੋਕ ਸਭਾ 'ਚ ਬਿੱਲ ਪਾਸ ਕਰਾਉਣਾ ਹੋ ਗਿਆ। ਇਸ ਕਰਕੇ ਐਮਰਜੈਂਸੀ ਮੀਟਿੰਗ 1 ਤਰੀਕ ਦੀ ਬੁਲਾਈ ਗਈ ਆ ਤਾਂ 1 ਦਿਨ ਸਰਕਾਰ ਨੂੰ ਦਿੱਤਾ ਗਿਆ ਵੀ ਜਿਹੜੀਆਂ ਖੁੱਲੀ ਚਿੱਠੀ ਵਿੱਚ ਮੰਗਾਂ ਨੇ ਸਾਡੀਆਂ ਉਹ ਵੀ ਪੂਰੀਆਂ ਕੀਤੀਆਂ ਜਾਣ। ਪੰਜਾਬ ਦੇ ਕਿਸਾਨ ਲੀਡਰਾਂ ਨੂੰ ਚੋਣਾਂ ਬਾਰੇ ਵੀ ਸਵਾਲ ਪੁੱਛਿਆ ਗਿਆ ਕਿ ਚੋਣਾਂ ਦੇ ਵਿੱਚ ਆਉਣ ਬਾਰੇ ਉਹਨਾਂ ਦੀ ਕੀ ਰਾਏ ਹੈ, ਤਾਂ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਸਮੇਤ ਬੂਟਾ ਸਿੰਘ ਬੁਰਜਗਿੱਲ ਜਿਹੜੇ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ, ਪ੍ਰੈਸ ਕਾਨਫਰੰਸ ਕਰ ਰਹੇ ਸਨ, ਉਹਨਾਂ ਨੇ ਕਿਹਾ ਕਿ ਚੋਣਾਂ ਬਾਰੇ ਹਾਲੇ ਕੁਝ ਨਹੀਂ ਸੋਚਿਆ ਤੇ ਇਹ ਰਿਕਾਰਡ ਹੈ ਕਿ ਅਸੀਂ ਆਪਣੇ ਸੰਘਰਸ਼ ਦੇ ਦਰਮਿਆਨ ਕਿਸੇ ਵੀ ਸਿਆਸੀ ਲੀਡਰ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ। ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ, ਕਹਿੰਦੇ ਤੁਸੀਂ ਵੀ ਤਿਆਰੀ ਰੱਖ ਲਿਓ ਹੁਣ, ਕਿਉਂਕਿ ਤੁਸੀਂ ਵੀ ਹਾਲੇ ਕਰਜ਼ਾ ਮਾਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਜੇ ਵਾਅਦਾ ਪੂਰਾ ਨਾ ਕੀਤਾ ਤਾਂ ਅਗਲਾ ਅੰਦੋਲਨ ਪੰਜਾਬ ਦੇ ਵਿੱਚ ਹੀ ਲੜਾਂਗੇ। ਹਾਲੇ ਅਸੀਂ ਲੜਾਈ ਲੜ ਰਹੇ ਹਾਂ ਤੁਹਾਡੇ ਸਾਹਮਣੇ, ਜਿਵੇਂ ਜਿਵੇਂ ਜਿੱਤਾਂ ਪ੍ਰਾਪਤ ਕਰ ਰਹੇ ਹਾਂ। ਇਹ ਗੈਰ ਸਿਆਸੀ ਰੱਖਿਆ ਗਿਆ। ਤੁਸੀਂ 1 ਸਾਲ ਤੋਂ ਕਵਰ ਕਰ ਰਹੇ ਹੋ ਵੀ ਇੱਕ ਵੀ ਬੰਦਾ ਅਸੀਂ ਸਟੇਜ ਤੇ ਸਿਆਸੀ ਨਹੀਂ ਚੜ੍ਹਨ ਦਿੱਤਾ। ਹਾਲੇ ਇਸ ਵੱਲ ਕੋਈ ਧਿਆਨ ਨਹੀਂ। ਸੋ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਿਆਸਤਦਾਨ ਵੀ ਲੋਕਾਂ ਨੂੰ ਵਧਾਈਆਂ ਦੇ ਰਹੇ ਨੇ, ਕਿਸਾਨਾਂ ਨੂੰ ਵਧਾਈਆਂ ਦੇ ਰਹੇ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਚੰਗੀ ਖਬਰ ਹੈ ਕਿ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨ ਰੱਦ ਹੋ ਗਏ ਨੇ। ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਬਣ ਗਿਆ ਹੈ। 3 ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਨੇ। ਸਾਰੇ ਭਾਰਤੀਆਂ ਤੇ ਕਿਸਾਨਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਤੇ ਮੇਰੇ ਵੱਲੋਂ ਵਧਾਈਆਂ। ਇਸ ਦੇ ਨਾਲ ਹੀ ਟਵਿੱਟਰ ਦੇ ਉੱਤੇ ਟ੍ਰੈਂਡ ਕਰ ਰਿਹਾ #ਪਾਰਲੀਮੈਂਟ ਅਤੇ #ਪਾਰਲੀਮੈਂਟ ਦੇ ਨਾਲ ਜਿੰਨੇ ਵੀ ਟਵੀਟ ਕੀਤੇ ਗਏ ਨੇ ਉਸ ਦੇ ਵਿੱਚ ਜ਼ਿਆਦਾਤਰ ਖੇਤੀ ਕਾਨੂੰਨਾਂ ਦੀ ਹੀ ਗੱਲ ਕੀਤੀ ਗਈ ਹੈ। ਵੱਡੇ ਵੱਡੇ ਲੀਡਰ ਜਸ਼ਵੰਤ ਸਿਨਹਾ ਹੋਣ ਜਾਂ ਫਿਰ ਜੈ ਰਾਮ ਰਮੇਸ਼ ਹੋਣ ਤਾਂ ਉਹ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਹੀ ਗੱਲ ਕਰ ਰਹੇ ਨੇ, ਪਰ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਬਿਨਾਂ ਬਹਿਸ ਤੋਂ ਇਹ ਬਿੱਲ ਰੱਦ ਕਰ ਦਿੱਤੇ ਗਏ। ਖੇਤੀ ਕਾਨੂੰਨ ਰੱਦ ਹੋਣ ਦਾ ਬਿੱਲ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਦੇ ਲਈ ਪਹੁੰਚੇ। ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਇੱਕ ਰਸਮੀ ਮੁਲਾਕਾਤ ਸੀ, ਮੈਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਚਾਹ ਪੀਣ ਦਾ ਸਮਾਂ ਮੰਗਿਆ ਸੀ। ਬਹੁਤ ਵਧੀਆ ਮੀਟਿੰਗ ਹੋਈ ਹੈ, ਕੋਈ ਸਿਆਸੀ ਮੁੱਦਾ ਨਹੀਂ ਵਿਚਾਰਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਨੇ, ਕਿਸਾਨਾਂ ਨੂੰ ਵੀ ਹੁਣ ਘਰੇ ਚਲੇ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ 6-7 ਮੁੱਦਿਆਂ ਤੇ ਵੀ ਸਹਿਮਤ ਹੋ ਗਈ ਹੈ, ਇਹ ਦਾਅਵਾ ਕੀਤਾ ਕੈਪਟਨ ਨੇ। ਕਹਿੰਦੇ ਹੁਣ ਕੋਈ ਮੁੱਦਾ ਨਹੀਂ ਬਚਿਆ, ਮੈਂ ਕੁਝ ਲੋਕਾਂ ਦੇ ਸੰਪਰਕ ਵਿੱਚ ਹਾਂ, ਮੈਨੂੰ ਲੱਗਦਾ ਹੈ ਕਿ ਫੈਸਲਾ ਜਾਂ ਤਾਂ 29 ਨਵੰਬਰ ਨੂੰ ਸੇਮ ਡੇ ਜਿਸ ਦਿਨ ਰੱਦ ਹੋਏ ਨੇ ਉਸ ਦਿਨ, ਜਾਂ ਫਿਰ 4 ਦਸੰਬਰ ਨੂੰ ਹੋ ਜਾਊਗਾ। ਕੈਪਟਨ ਨੇ ਕਿਹਾ ਕਿ ਹਾਲਾਂਕਿ ਅੰਦੋਲਨ ਨੂੰ ਲੈ ਕੇ ਮੇਰੀ ਕਿਸਾਨ ਲੀਡਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਕੁਝ ਕਿਸਾਨ ਲੀਡਰ ਸੰਪਰਕ ਦੇ ਵਿੱਚ ਹਨ ਜਿਨ੍ਹਾਂ ਤੋਂ ਸੂਚਨਾ ਮਿਲੀ ਹੈ। ਪੰਜਾਬ ਦੇ ਵਿੱਚ ਬੀਜੇਪੀ ਨਾਲ ਗੱਠਜੋੜ ਬਾਰੇ ਕੈਪਟਨ ਨੇ ਕਿਹਾ ਕਿ ਮੈਂ ਜਦੋਂ ਵੀ ਦਿੱਲੀ ਜਾਵਾਂਗਾ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਹੀ ਗੱਠਜੋੜ ਬਾਰੇ ਗੱਲ ਕਰਾਂਗਾ। ਨਵਜੋਤ ਸਿੰਘ ਸਿੱਧੂ ਤੇ ਫਿਰ ਵਰੇ ਕੈਪਟਨ ਕਹਿੰਦੇ ਸਿੱਧੂ ਸਵੇਰੇ ਕੁਝ ਕਹਿੰਦਾ, ਸ਼ਾਮ ਨੂੰ ਕੁਝ ਹੋਰ ਕਹਿੰਦਾ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਉਧਰ ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਪਾ ਦਿੱਤੀ ਹੈ। ਫੋਟੋ ਦੇ ਵਿੱਚ ਪ੍ਰਨੀਤ ਕੌਰ ਕੈਪਟਨ ਦੇ ਨਾਲ ਮੌਜੂਦ ਨੇ ਤੇ ਫੋਟੋ ਦੇ ਉੱਤੇ 2022 ਲਈ ਕੈਪਟਨ ਫॉर 2022 ਲਿਖਿਆ ਹੋਇਆ। ਸੋ ਇਸ ਤੋਂ ਸੰਕੇਤ ਮਿਲਦੇ ਨੇ ਕਿ ਮਹਾਰਾਣੀ ਪ੍ਰਨੀਤ ਕੌਰ ਵੀ ਜਲਦੀ ਹੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ, ਜਾਂ ਫਿਰ ਕਾਂਗਰਸ ਉਹਨਾਂ ਨੂੰ ਅਲਵਿਦਾ ਕਹਿ ਸਕਦੀ ਹੈ ਤੇ ਕੈਪਟਨ ਤੇ ਮਹਾਰਾਣੀ ਸਿਆਸੀ ਪਿੜ ਦੇ ਵਿੱਚ ਇਕੱਠੇ ਹੋ ਸਕਦੇ ਨੇ। ਉਧਰ ਪੰਜਾਬ ਕਾਂਗਰਸ ਨੇ ਟਵੀਟ ਕਰਕੇ ਖੇਤੀਬਾੜੀ ਖੇਤਰ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਪੰਜਾਬ ਦੇ ਮੋਹਰੀ ਹੋਣ ਦਾ ਦਾਅਵਾ ਕੀਤਾ। ਕਾਂਗਰਸ ਨੇ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸਾਨ ਪੱਖੀ ਨੀਤੀਆਂ ਬਣਾਉਣ ਦਾ ਨਤੀਜਾ ਹੈ ਕਿ ਪੰਜਾਬ ਪਹਿਲੇ ਥਾਂ ਤੇ ਆਇਆ। ਪੋਸਟਰ ਦੇ ਵਿੱਚ ਇੱਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੋਟੋ ਵੀ ਲੱਗੀ ਹੈ। ਹੁਣ ਗੱਲ ਕਰਾਂਗੇ ਓਮੀਕਰੋਨ ਦੀ। ਓਮੀਕਰੋਨ ਦਾ ਰੌਲਾ ਪੂਰਾ ਪਾ ਦਿੱਤਾ ਗਿਆ ਹੈ। WHO ਨੇ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕਰੋਨ ਮਿਲ ਗਿਆ, ਜਿਹੜਾ ਕਿ ਬਹੁਤ ਜ਼ਿਆਦਾ ਗੰਭੀਰ ਹੈ, ਬਹੁਤ ਖਤਰਨਾਕ ਹੈ। ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗੀ ਹੈ ਉਹਨਾਂ ਦੇ ਉੱਤੇ ਵੀ ਓਮੀਕਰੋਨ ਹੈ ਜਿਹੜਾ ਉਹ ਆਪਣਾ ਅਸਰ ਪਾ ਸਕਦਾ ਹੈ, ਜਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਡੋਜ਼ ਲਵਾਈ ਹੈ ਉਹਨਾਂ ਨੂੰ ਵੀ ਕੋਈ ਫਾਇਦਾ ਨਹੀਂ ਹੋਣਾ, ਉਹਨਾਂ ਦਾ ਵੀ ਕੋਈ ਬਚਾਅ ਨਹੀਂ ਹੋਣਾ। ਸੋ ਇਸ ਨੂੰ ਲੋਕਾਂ ਦੇ ਵਿੱਚ ਫੈਲਾਇਆ ਜਾਣ ਵਾਲਾ ਡਰ ਕਹਿ ਰਹੇ ਨੇ ਕਈ ਲੋਕ, ਤੇ ਕਈ ਲੋਕ ਇਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ। ਪਰ ਸੱਚ ਕੀ ਹੈ ਇਹ ਜਾਂ ਤਾਂ ਜਾਣਦੀ ਹੈ WHO ਤੇ ਜਾਂ ਫਿਰ ਵਰਲਡ ਬੈਂਕ, ਕਿਉਂਕਿ ਬਹੁਤ ਸਾਰੀਆਂ ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਅਜਿਹੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਜਦੋਂ ਲੋਕ ਪੂਰੇ ਜਿਹੜੇ ਹੈਗੇ ਨੇ ਲੌਜਿਕ ਦੇ ਨਾਲ ਇਹ ਗੱਲ ਕਰ ਰਹੇ ਨੇ, ਤੱਥਾਂ ਸਮੇਤ ਗੱਲ ਕਰ ਰਹੇ ਨੇ ਕਿ ਕਰੋਨਾ ਵਾਇਰਸ ਦੁਨੀਆ ਦੇ ਵਿੱਚ ਜਾਣ-ਬੁੱਝ ਕੇ ਲਿਆਂਦੀ ਗਈ ਮਹਾਮਾਰੀ ਹੈ। ਖੈਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਓਮਿਕਰੋਨ ਜਿਹੜੇ ਮੁਲਕਾਂ ਦੇ ਵਿੱਚ ਆ ਗਿਆ ਉਹਨਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ਤੇ ਹੀ ਕਰੋਨਾ ਟੈਸਟ ਕੀਤਾ ਜਾਣਾ ਜ਼ਰੂਰੀ ਕਰ ਦਿੱਤਾ ਗਿਆ, ਚਾਹੇ ਉਹ ਵਿਦੇਸ਼ੀ ਯਾਤਰੀ ਹੋਣ, ਵਿਦੇਸ਼ਾਂ ਤੋਂ ਆਉਣ ਵਾਲੇ, ਜਾਂ ਫਿਰ ਭਾਰਤ ਦੇ ਯਾਤਰੀ ਹੋਣ, ਵਿਦੇਸ਼ਾਂ ਤੋਂ ਆ ਰਹੇ ਹੋਣ, ਤੇ NRI ਹੋਣ, ਜਾਂ ਫਿਰ ਘੁੰਮਣ ਗਏ ਹੋਏ ਨੇ ਕੋਈ ਲੋਕ, ਉਹ ਹੁਣ ਹਰ ਕਿਸੇ ਦਾ ਕਰੋਨਾ ਟੈਸਟ ਉਹ ਕੀਤਾ ਜਾਵੇਗਾ। ਬਾਹਰ ਜਾਣ ਵਾਲੇ ਯਾਤਰੀਆਂ ਨੂੰ 72 ਘੰਟੇ ਪਹਿਲਾਂ ਕੀਤੇ ਗਏ ਕਰੋਨਾ ਟੈਸਟ ਦੀ ਰਿਪੋਰਟ ਦੇਣੀ ਪਵੇਗੀ। ਪੋਜ਼ਿਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ 7 ਦਿਨ ਦੀ ਕੁਆਰੰਟਾਈਨ ਵਿੱਚ ਰੱਖਿਆ ਜਾਏਗਾ। 8ਵੇਂ ਦਿਨ ਮੁੜ ਟੈਸਟ ਹੋਵੇਗਾ। ਪੀੜਤ ਮਰੀਜ਼ ਨੂੰ ਅਗਲੇ 7 ਦਿਨ ਆਪ ਨਿਗਰਾਨੀ ਰੱਖਣੀ ਪਵੇਗੀ। ਸੋ ਮੁੜ ਤੋਂ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਦੀ ਚਰਚਾ ਹੋਣ ਲੱਗੀ ਹੈ ਤੇ ਲੋਕ ਇਹਨਾਂ ਪਾਬੰਦੀਆਂ ਤੋਂ ਖਿਜੇ ਹੋਏ ਨੇ। ਅੱਜ ਤੁਸੀਂ ਕਿਸੇ ਨਾਲ ਵੀ ਆਮ ਬੰਦੇ ਨਾਲ ਗੱਲ ਕਰਕੇ ਵੇਖੋ ਤਾਂ ਕੋਈ ਹੋਵੇਗਾ ਜਿਹੜਾ ਕਿ ਕਰੋਨਾ ਦੇ ਭੈ ਤੋਂ ਹਾਲੇ ਵੀ ਡਰਿਆ ਹੋਇਆ ਹੈ, ਜਿਹੜਾ ਕਿ ਕਰੋਨਾ ਦੇ ਭੈ ਤੋਂ ਹਾਲੇ ਵੀ ਪਾਬੰਦੀਆਂ ਚਾਹੁੰਦਾ ਹੈ, ਪਰ ਚਾਹੁੰਦਾ ਹੈ ਸਿਰਫ ਪ੍ਰਸ਼ਾਸਨ ਦੇ ਵੱਲੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਸਰਕਾਰਾਂ ਹੁਕਮ ਦਿੰਦੀਆਂ ਨੇ। ਲੋਕ ਘਬਰਾਏ ਹੋਏ ਨੇ ਕਿ ਮੁੜ ਤੋਂ ਸਾਡੇ ਵਪਾਰ ਬੰਦ ਹੋ ਜਾਣਗੇ। ਲੋਕ ਘਬਰਾਏ ਹੋਏ ਨੇ ਕਿ ਮੁੜ ਤੋਂ ਅਸੀਂ ਆਪਣਿਆਂ ਤੋਂ ਸ਼ਾਇਦ ਵਿਛੜ ਜਾਵਾਂਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਜ਼ਰੂਰ ਰਹੀਆਂ ਨੇ। ਖੈਰ ਦੱਖਣੀ ਅਫਰੀਕਾ ਦੇ ਵਿੱਚ ਓਮਿਕਰੋਨ ਦਾ ਪਹਿਲਾ ਜਿਹੜਾ ਉਹ ਕੇਸ ਪਾਇਆ ਗਿਆ ਸੀ। ਦੱਖਣੀ ਅਫਰੀਕਾ ਨੇ ਇਸ ਬਾਰੇ ਪੂਰੀ ਦੁਨੀਆ ਨੂੰ ਸੂਚਿਤ ਕਰ ਦਿੱਤਾ ਤੇ ਹੁਣ ਦੱਖਣੀ ਅਫਰੀਕਾ ਤੇ ਸਾਰੇ ਮੁਲਕਾਂ ਨੇ ਪਾਬੰਦੀਆਂ ਲਾ ਦਿੱਤੀਆਂ ਨੇ। ਕੈਨੇਡਾ, ਅਮਰੀਕਾ ਜਾਂ ਫਿਰ ਆਸਟ੍ਰੇਲੀਆ ਸਣੇ ਜਿੰਨੇ ਵੀ ਮੁਲਕ ਹੈਗੇ ਨੇ, ਜ਼ਿਆਦਾਤਰ ਮੁਲਕਾਂ ਨੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀਆਂ ਲਾ ਦਿੱਤੀਆਂ ਨੇ। ਉੱਥੇ ਵੀ ਫਲਾਈਟਾਂ ਨਾ ਜਾਣਗੀਆਂ, ਨਾ ਉੱਥੋਂ ਫਲਾਈਟਾਂ ਆਉਣਗੀਆਂ। ਸੋ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਇਹਨਾਂ ਰੋਕਾਂ ਦੀ ਨਿੰਦਿਆ
ਕੀਤੀ ਹੈ। ਸਿਰਲ ਰਾਮਾਫੋਸਾ ਨੇ ਕਿਹਾ ਹੈ ਕਿ ਅਸੀਂ ਇਸ ਕਾਰਵਾਈ ਤੋਂ ਬੇਹੱਦ ਨਿਰਾਸ਼ ਹਾਂ। ਅਸੀਂ ਤਾਂ ਬਹੁਤ ਹੀ ਜ਼ਿੰਮੇਵਾਰੀ ਸਮਝਦੇ ਹੋਏ ਕਰੋਨਾ ਵਾਇਰਸ ਦੇ ਨਵੇਂ ਰੂਪ ਦੀ ਤਤਕਾਲ ਜਾਣਕਾਰੀ ਦਿੱਤੀ ਸੀ ਕਿ ਤਾਂ ਕਿ ਇਸ ਨੂੰ ਲੈ ਕੇ ਜਿਹੜਾ ਹੈਗਾ ਉਹ ਧਿਆਨ ਰੱਖਿਆ ਜਾ ਸਕੇ। ਪਰ ਬਰਤਾਨੀਆ, ਯੂਰਪੀਅਨ ਯੂਨੀਅਨ ਤੇ ਅਮਰੀਕਾ ਜਿਹੜੇ ਮੁਲਕ ਹੈਗੇ ਨੇ ਉਹਨਾਂ ਨੇ ਸਾਡੇ ਤੇ ਰੋਕਾਂ ਲਾ ਦਿੱਤੀਆਂ ਨੇ। ਦੱਖਣੀ ਅਫਰੀਕਾ ਤੋਂ ਸਾਹਮਣੇ ਆਏ ਕਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਨੂੰ ਚਿੰਤਾ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸ਼ੁਰੂਆਤੀ ਸਬੂਤ ਦੱਸਦੇ ਨੇ ਕਿ ਇਸ ਵਿੱਚ ਮਿਊਟੇਸ਼ਨ ਕਾਫੀ ਤੇਜ਼ ਹੈ ਅਤੇ ਰੀ-ਇਨਫੈਕਸ਼ਨ ਦਾ ਖਤਰਾ ਵੀ ਕਾਫੀ ਵੱਧ ਹੈ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦੱਖਣੀ ਅਫਰੀਕਾ ਵਿੱਚ ਇਸ ਵੇਰੀਐਂਟ ਦਾ ਪਤਾ ਚੱਲਿਆ ਸੀ ਤੇ ਲੰਘੇ ਬੁੱਧਵਾਰ ਨੂੰ WHO ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਰਾਮਾਫੋਸਾ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਯਾਤਰਾ ਪਾਬੰਦੀਆਂ ਨਾਲ ਕੋਈ ਫਾਇਦਾ ਨਹੀਂ ਹੋਣਾ। ਯਾਤਰਾ ਪਾਬੰਦੀਆਂ ਲਾਉਣੀਆਂ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ ਕਰਕੇ, ਉਦੋਂ ਵੀ ਕਰੋਨਾ ਵਾਇਰਸ ਦੇ ਵੇਲੇ ਜਦੋਂ ਆਇਆ ਸੀ ਤਾਂ ਪੂਰਾ ਲੋਕਡਾਊਨ ਲਾ ਦਿੱਤਾ ਗਿਆ ਸੀ, ਕਰਫਿਊ ਲਾ ਦਿੱਤਾ ਗਿਆ ਸੀ, ਸਖਤ ਲੋਕਡਾਊਨ ਸੀ, ਫਿਰ ਵੀ ਕੀ ਕਰੋਨਾ ਘਟ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆ ਦੇ ਜਿਹੜੇ ਵੱਡੇ ਮੁਲਕ ਹੈਗੇ ਨੇ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਤੇ ਇਹ ਜਿਹੜੀਆਂ ਪਾਬੰਦੀਆਂ ਨੇ ਉਹ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਵਿੱਚ ਬਿਲਕੁਲ ਵੀ ਪ੍ਰਭਾਵਸ਼ਾਲੀ ਸਾਬਿਤ ਨਹੀਂ ਹੋਣਗੀਆਂ। ਸੁਪਰੀਮ ਕੋਰਟ ਦੇ ਵਿੱਚ ਦਿੱਲੀ NCR ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਮਾਮਲੇ ਤੇ ਸੁਣਵਾਈ ਹੋਈ। ਇਸ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਦਿੱਲੀ ਵਿੱਚ ਉਸਾਰੀ ਕੰਮਾਂ ਤੇ ਰੋਕ ਲੱਗੀ ਹੋਈ ਹੈ ਜਦਕਿ ਸੈਂਟਰਲ ਵਿਸਟਾ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ। ਤਾਂ ਅਦਾਲਤ ਦੇ ਬੈਂਚ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਕੀ ਲੋਕਾਂ ਦੀ ਜ਼ਿੰਦਗੀ ਨਾਲੋਂ ਇਹ ਪ੍ਰੋਜੈਕਟ ਜ਼ਿਆਦਾ ਅਹਿਮ ਹੈ। ਅਦਾਲਤ ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਦੇ ਕੰਮ ਚੱਲਣ ਦੇ ਵੀਡੀਓ ਵੀ ਸਾਡੇ ਕੋਲੇ ਮੌਜੂਦ ਨੇ ਜਿਸ ਵਿੱਚ ਪ੍ਰਦੂਸ਼ਣ ਵਧਾਉਣ ਦੇ ਦ੍ਰਿਸ਼ ਨੇ। ਸੋ ਜਿਹੜਾ ਸੈਂਟਰਲ ਵਿਸਟਾ ਜਿਸ ਤੇ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੈ ਉਹ ਨਾ ਤਾਂ ਕਰੋਨਾ ਦੇ ਵੇਲੇ ਬੰਦ ਕੀਤਾ ਗਿਆ, ਨਾ ਲੋਕਡਾਊਨ ਲੱਗਿਆ ਉਦੋਂ ਉਹਦੀ ਉਸਾਰੀ ਬੰਦ ਕੀਤੀ ਗਈ, ਨਾ ਹੁਣ ਪ੍ਰਦੂਸ਼ਣ ਕਰਕੇ ਫੈਕਟਰੀਆਂ ਦਾ ਕੰਮ ਰੋਕਣ ਦਾ ਜਿਹੜਾ ਹੁਕਮ ਦਿੱਤਾ ਗਿਆ ਨਾ ਹੁਣ ਬੰਦ ਕੀਤਾ ਜਾ ਰਿਹਾ। ਆਖਿਰਕਾਰ ਭਾਰਤ ਸਰਕਾਰ ਨੂੰ ਇੰਨਾ ਜ਼ਰੂਰੀ ਕਿਉਂ ਲੱਗਦਾ ਹੈ ਕਿ ਸਾਡੇ ਲਈ ਬਹੁਤ ਹੀ ਵੱਡੇ ਤੇ ਆਲੀਸ਼ਾਨ ਮਹਿਲ ਵਰਗੀ ਬਿਲਡਿੰਗ ਹੈ ਜਿਹੜੀ ਉਹ ਉਸਾਰੀ ਜਾਣੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲੋਂ ਵੀ ਵੱਧ ਜ਼ਰੂਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕੀ ਹੈ। SGPC ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ ਸਨ। ਇਸ ਸੰਬੰਧੀ ਅੰਮ੍ਰਿਤਸਰ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੈਠਕ ਹੋਈ, ਚੋਣ ਹੋਈ, ਸਾਰੇ SGPC ਮੈਂਬਰ ਪਹੁੰਚੇ ਹੋਏ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਮਿਲੀਆਂ ਜਦਕਿ ਵਿਰੋਧ 'ਚ ਖੜੇ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਸਿਰਫ 19 ਵੋਟਾਂ ਮਿਲੀਆਂ ਤੇ 1 ਵੋਟ ਰੱਦ ਹੋ ਗਈ। ਬੀਬੀ ਜਗੀਰ ਕੌਰ ਨੇ ਸਿੰਘ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਤੇ ਬੀਬੀ ਜਗੀਰ ਕੌਰ ਹੁਣ SGPC ਦੇ ਸਾਬਕਾ ਪ੍ਰਧਾਨ ਹੋ ਗਏ ਨੇ। ਪਰ ਨਾਲ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨਵੀਂ ਜ਼ਿੰਮੇਵਾਰੀ ਦੇ ਦਿੱਤੀ, ਉਹ ਵੀ ਦੱਸਦੇ ਆ। ਹਰਜਿੰਦਰ ਸਿੰਘ ਧਾਮੀ ਨੇ ਸਾਰੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ। ਧਾਮੀ ਨੇ ਆਪਣੇ ਮੁੱਖ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਘੂਜੀਤ ਸਿੰਘ ਵਿਰਕ ਨੂੰ SGPC ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਵਿਰੋਧੀ ਧਿਰ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਕਮੇਟੀ ਮੈਂਬਰ ਬਣਾਇਆ ਗਿਆ ਹੈ। SGPC ਦਾ ਜਿਹੜਾ ਇਹ ਨਵਾਂ ਜਿਹੜਾ ਗਠਨ ਹੋਇਆ ਹੈ, ਨਵੀਂ ਕਮੇਟੀ ਬਣੀ ਹੈ, ਕਾਰਜਕਾਰਨੀ ਬਣੀ ਹੈ, ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਧਾਈ ਦਿੱਤੀ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਧਾਮੀ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਧਾਮੀ ਨੇ 142 ਵਿੱਚੋਂ 122 ਵੋਟਾਂ ਹਾਸਲ ਕੀਤੀਆਂ ਨੇ। ਦਰਮਿਆਨ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਚ ਦੀ ਕਾਰਵਾਈ ਸਾਂਭੀ ਅਤੇ ਇਸ ਦਰਮਿਆਨ ਜਗੀਰ ਕੌਰ ਸ਼ਬਦਾਂ ਦੀ ਮਰਿਆਦਾ ਭੁੱਲਦੇ ਵੇਖੇ ਗਏ। ਬੀਬੀ ਜਗੀਰ ਕੌਰ ਦੇ ਕੁਝ ਡਾਇਲੌਗ ਨੇ ਜਿਹੜੇ ਇਨ-ਬਿਨ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਉਹਨਾਂ ਨੇ ਕਿਹਾ, ਇੰਨੀ ਸਿਆਣੀ ਕੌਮ ਹੈ, ਖੁਦ ਪੰਥ ਦੇ ਨੁਮਾਇੰਦੇ ਹੋ ਤਾਂ ਵੀ ਰੌਲਾ ਪਾਈ ਜਾਂਦੇ ਹੋ, ਬੱਚੇ ਹੋਵੋ ਤਾਂ ਵੀ ਹੋਵੇ, ਤੁਸੀਂ ਇਦਾਂ ਹੀ ਰੌਲਾ ਪਾਈ ਜਾਂਦੇ ਹੋ। ਫਿਰ ਉਹਨਾਂ ਨੇ ਇੱਕ ਕਿਹਾ ਸੀ, ਹੁਣ ਵੋਟ ਪਾ ਕੇ ਆ। ਲੋਕੀ ਕਹਿੰਦੇ ਨੇ ਲਿਫਾਫੇ ਚੋਂ ਨਾ ਕੱਢੋ, ਵੋਟਾਂ ਪਵਾਓ, ਇਸ ਲਈ ਵੋਟਾਂ ਪੈ ਲੈਣ ਦਿਓ। ਬਹਿ ਜਾ ਆਰਾਮ ਨਾਲ, ਇਸ ਵਾਰੀ ਵੇਖੋ ਬਾਬਾ ਕਿਹੜਾ ਨਿਕਲੇ। ਜਦੋਂ ਬੀਬੀ ਵੱਡਾ ਬਾਬਾ ਕੱਟਿਆ ਜਾਵੇ ਉਦੋਂ ਸਾਰੇ ਕੱਟੇ ਜਾਂਦੇ ਨੇ। ਜਗਸੀਰ ਸਿੰਘ ਮੰਗਿਆਣਾ, ਇਹ ਤਾਂ ਨਾ ਹੀ ਬੜਾ ਹੋਰ ਤਰ੍ਹਾਂ ਦਾ ਹੈ। ਸਾਰਿਆਂ ਨੂੰ ਬਾਹਰ ਜਾਣ ਦੀ ਬਿਮਾਰੀ ਪਈ ਹੋਈ ਹੈ, ਬੀਬੀਆਂ ਨੂੰ ਵੀ ਪਵਾੜੇ ਨੇ, ਘਰ ਵਾਲਾ ਬਿਮਾਰ ਹੋ ਜੇ ਤਾਂ ਵੀ ਪਵਾੜਾ। ਹਾਲਾਂਕਿ ਇਸ ਦੌਰਾਨ ਜਦੋਂ ਸਦਨ ਦੀ ਕਾਰਵਾਈ ਸਾਰੀ ਖਤਮ ਹੋ ਗਈ ਤਾਂ ਬੀਬੀ ਜਗੀਰ ਕੌਰ ਨੇ ਸਭ ਦਾ ਧੰਨਵਾਦ ਕੀਤਾ ਤੇ ਗਲਤੀਆਂ ਦੇ ਲਈ ਖਿਮਾ ਜਾਚਨਾ ਵੀ ਕੀਤੀ। ਲੋਕ ਤੇ ਕਹਿੰਦੇ ਵੋਟਾਂ ਪਾਓ, ਨਹੀਂ ਲੋਕੀ ਕਹਿੰਦੇ ਲਿਫਾਫੇ ਚੋਂ ਨਾ ਕੱਢੋ, ਵੋਟਾਂ ਪਾਓ। ਨਾ ਸਾਨੂੰ ਵੀ ਕੋਈ ਸਾਈਨ ਕਰ ਲੈਂਦੋ ਘਰੀ, ਮੁੜ ਕੇ ਪ੍ਰਧਾਨਗੀ ਦੇ ਸਾਈਨ ਲੱਭਣੇ ਕਿਤੇ।
ਤੇ ਉਧਰ ਐਸਜੀਪੀਸੀ ਦੇ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਿਯੁਕਤ ਕੀਤੇ ਗਏ ਤੇ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾ ਦਿੱਤਾ ਭੁਲੱਥ ਹਲਕੇ ਤੋਂ ਜਿੱਥੋਂ ਸੁਖਪਾਲ ਸਿੰਘ ਖਹਿਰਾ ਚੋਣ ਲੜਦੇ ਹੁੰਦੇ ਨੇ, ਉੱਥੋਂ ਇਸ ਵਾਰੀ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ ਹਲਕੇ ਤੋਂ ਹੀ ਚੋਣ ਲੜਨਗੇ। ਅਕਾਲੀ ਦਲ ਨੇ ਹੁਣ ਤੱਕ 89 ਯਾਨੀ ਕਿ 99 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰੱਜ ਕੇ ਵਰੇ ਨੇ। ਅਰਵਿੰਦ ਕੇਜਰੀਵਾਲ ਸਿੱਖਿਆ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰ ਰਹੇ ਸੀ। ਪਿਛਲੇ ਦਿਨੀ ਪ੍ਰਗਟ ਸਿੰਘ ਸਿੱਖਿਆ ਮੰਤਰੀ ਨੇ ਜਿਹੜੇ ਪੰਜਾਬ ਦੇ, ਉਹਨਾਂ ਦੇ ਨਾਲ ਸ਼ਬਦੀ ਜੰਗ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਉਸ ਜੰਗ ਦੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਕੁੱਦ ਪਏ ਤੇ ਹੁਣ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਤੇ ਵਰੇ ਨੇ। ਟਵੀਟ ਕਰਕੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਮਹਿਲਾ ਸਸ਼ਕਤੀਕਰਨ ਨੌਕਰੀਆਂ ਤੇ ਅਧਿਆਪਕਾਂ ਦੀ ਗੱਲ ਕਰਦੇ ਹੋ, ਹਾਲਾਂਕਿ ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਸ਼ੀਲਾ ਦੀਕਸ਼ਿਤ ਜੀ ਵੱਲੋਂ ਰੈਵਨਿਊ ਸਰਪਲਸ ਛੱਡਣ ਦੇ ਬਾਵਜੂਦ ਦਿੱਲੀ ਵਿੱਚ ਕਿੰਨੀਆਂ ਔਰਤਾਂ ਨੂੰ 1000 ਰੁਪਏ ਮਿਲਦੇ ਨੇ ਮਹੀਨੇ ਦੇ, ਇਹ ਤੁਸੀਂ ਦੱਸੋ। ਸਿੱਧੂ ਨੇ ਟਵੀਟ ਵਿੱਚ ਲਿਖਿਆ, ਕਹਿੰਦੇ ਜਿਹੜੇ ਖੁਦ ਸ਼ੀਸ਼ੇ ਦੇ ਘਰ ਵਿੱਚ ਰਹਿੰਦੇ ਨੇ ਉਹਨਾਂ ਨੂੰ ਦੂਜਿਆਂ ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਅਰਵਿੰਦ ਕੇਜਰੀਵਾਲ ਜੀ, ਤੁਸੀਂ ਮਹਿਲਾ ਸਸ਼ਕਤੀਕਰਨ ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ, ਤੁਹਾਡੀ ਕੈਬਨਿਟ ਦੇ ਵਿੱਚ ਇੱਕ ਵੀ ਅਧਿਆਪਕ ਮੰਤਰੀ ਨਹੀਂ ਹੈ। ਦੂਸਰੇ ਟਵੀਟ ਦੇ ਵਿੱਚ ਲਿਖਿਆ ਕਿ ਮਹਿਲਾ ਸਸ਼ਕਤੀਕਰਨ ਦਾ ਮਤਲਬ ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਕਰ ਰਹੀ ਹੈ ਉਹ ਹੁੰਦਾ ਸੱਚੀ ਅਗਵਾਈ 1000 ਰੁਪਏ ਦਾ ਲੋਲੀਪੌਪ ਨਹੀਂ ਦਿੰਦੀ, ਬਲਕਿ ਸਕਿੱਲ ਤੇ ਸਵੈ ਰੁਜ਼ਗਾਰ ਦੇ ਖੇਤਰ ਵਿੱਚ ਨਿਵੇਸ਼ ਕਰਦੀ ਹੈ। ਇਹ ਪੰਜਾਬ ਮਾਡਲ ਹੈ। ਅਧਿਆਪਕ ਅਤੇ ਨੌਕਰੀਆਂ ਦੀ ਗੱਲ ਕਰੀਏ ਤਾਂ 2015 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੇ 12515 ਅਹੁਦੇ ਖਾਲੀ ਪਏ ਨੇ। 2021 ਵਿੱਚ 19907 ਪੋਸਟਾਂ ਖਾਲੀ ਨੇ। ਤੁਸੀਂ ਜ਼ਿਆਦਾਤਰ ਸੀਟਾਂ ਤੇ ਗੈਸਟ ਲੈਕਚਰਰਾਂ ਦੇ ਨਾਲ ਹੀ ਕੰਮ ਚਲਾ ਰਹੇ ਹੋ। ਇਹ ਵੀ ਕਿਹਾ ਕਿ 2015 ਦਾ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਤੁਸੀਂ 8 ਲੱਖ ਨਵੀਆਂ ਨੌਕਰੀਆਂ ਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ। ਇਹ ਨੌਕਰੀਆਂ ਤੇ ਕਾਲਜ ਕਿੱਥੇ ਨੇ, ਮੈਨੂੰ ਦੱਸੋ ਜ਼ਰਾ। ਪਿਛਲੇ 5 ਸਾਲਾਂ ਵਿੱਚ ਦਿੱਲੀ ਵਿੱਚ ਬੇਰੁਜ਼ਗਾਰੀ ਦਰ ਲਗਭਗ 5 ਗੁਣਾ ਵੱਧ ਗਈ ਹੈ। ਸੋ ਤਿੱਖੇ ਸਵਾਲ ਨੇ ਜਿਹੜੇ ਉਹ ਸਿੱਧੂ ਨੇ ਕੇਜਰੀਵਾਲ ਨੂੰ ਕੀਤੇ ਨੇ ਤੇ ਜਿਸ ਤਰੀਕੇ ਦਾ ਹੁਣ ਦੌਰ ਚੱਲ ਰਿਹਾ ਹੈ ਲੱਗਦਾ ਹੈ ਕਿ ਕੇਜਰੀਵਾਲ ਇਸ ਦਾ ਜਵਾਬ ਵੀ ਜ਼ਰੂਰ ਦੇਣਗੇ, ਕਿਉਂਕਿ ਪਿਛਲੇ ਦਿਨੀ ਜੋ ਪ੍ਰਗਟ ਸਿੰਘ ਨੇ ਕੇਜਰੀਵਾਲ ਤੋਂ ਪੁੱਛਿਆ ਸੀ ਕਿ ਸਕੂਲਾਂ ਦੀ ਲਿਸਟ ਜਾਰੀ ਕਰੋ ਜਿਨ੍ਹਾਂ ਦਾ ਤੁਸੀਂ ਕਾਇਆ ਕਲਪ ਕੀਤਾ, ਤਾਂ ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਲਿਸਟ ਵੀ ਜਾਰੀ ਕਰ ਦਿੱਤੀ ਸੀ। ਉਸ ਬੇਰੁਜ਼ਗਾਰ ਅਧਿਆਪਕ ਦੀ ਗੱਲ ਕਰਦੇ ਹਾਂ ਜਿਹੜਾ ਪਿਛਲੇ 3 ਦਿਨ ਤੋਂ ਲਗਾਤਾਰ ਮੋਬਾਈਲ ਟਾਵਰ ਦੇ ਉੱਤੇ ਚੜ ਕੇ ਬੈਠਾ ਹੈ। ਚੰਡੀਗੜ੍ਹ ਦੇ ਵਿੱਚ ਜਿੱਥੇ ਪੰਜਾਬ ਦੇ MLAs ਜਿੱਥੇ ਰਹਿੰਦੇ ਨੇ, MLA ਫਲੈਟ ਬਣੇ ਹੋਏ ਨੇ, ਉੱਥੇ ਨੇੜੇ ਹੀ ਉਹ ਮੋਬਾਈਲ ਟਾਵਰ ਤੇ ਚੜਿਆ ਹੋਇਆ। ਜ਼ਿਲ੍ਹਾ ਬਰਨਾਲਾ ਦੇ ਪਿੰਡ ਦਾਦਰੀ ਦੇ ਰਹਿਣ ਵਾਲੇ ATT ਅਧਿਆਪਕ ਸੋਹਣ ਸਿੰਘ ਨੇ ਪੰਜਾਬ ਸਰਕਾਰ ਦੀ ਅੜੀ ਦੇ ਮੂਹਰੇ ਤੀਜੇ ਦਿਨ ਵੀ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਟਾਵਰ ਤੋਂ ਧਮਕੀ ਦਿੱਤੀ ਕਿ ਜੇਕਰ ਮੇਰੀ ਮੰਗ ਮੁਤਾਬਿਕ ਮਸਲਾ ਹੱਲ ਨਾ ਕੀਤਾ ਤਾਂ ਮੈਂ ਖੁਦਕੁਸ਼ੀ ਵੀ ਕਰ ਸਕਦਾ। ਉਹ ਕਹਿੰਦੇ ਨੇ ਕਿ ਸਰਕਾਰ ਦੇ ਰਵੱਈਏ ਨੇ ਹੱਕਾਂ ਪ੍ਰਤੀ ਲੜਨ ਦੇ ਰੋਹ ਨੂੰ ਹੋਰ ਤਿੱਖਾ ਕੀਤਾ ਹੈ। ਹੁਣ ਲੜਾਈ ਕਰੋ ਜਾਂ ਮਰੋ ਵਾਲੀ ਬਣ ਗਈ ਹੈ। ਅਧਿਆਪਕ ਸੋਹਣ ਸਿੰਘ ਨੇ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਕਿ ਸਰਕਾਰ ਨੇ ਸਾਡੀਆਂ ਤਨਖਾਹਾਂ ਵਿੱਚ ਇੰਨੀ ਵੱਡੀ ਕਟੌਤੀ ਕਰ ਦਿੱਤੀ ਹੈ ਕਿ ਆਰਥਿਕ ਤਾਣਾ ਬਾਣਾ ਬੁਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਹੋ ਗਿਆ। ਉਸਨੇ ਕਿਹਾ ਕਿ ਪੰਜਾਬ ਦੇ ਸਕੇਲਾਂ ਦੇ ਆਧਾਰ ਤੇ ਮਿਲਦੀ ਤਨਖਾਹ ਕਾਰਨ ਅਸੀਂ ਘਰ ਬਣਾਉਣ ਲਈ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਕਿਸ਼ਤਾਂ ਮੋੜਨੀਆਂ ਔਖੀਆਂ ਹੋਈਆਂ ਪਈਆਂ ਨੇ, ਮਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਲੱਭਦਾ। ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਜੁੜੀ ਹੋਈ ਖਬਰ ਹੈ। ਇੱਥੇ ਇੱਕ ਪਾਕਿਸਤਾਨੀ ਮਾਡਲ ਦੇ ਵੱਲੋਂ ਫੋਟੋ ਸ਼ੂਟ ਕਰਵਾਉਣ ਤੇ ਸਿੱਖ ਭਾਈਚਾਰੇ ਨੇ ਸਖਤ ਇਤਰਾਜ਼ ਜਤਾਇਆ ਹੈ। ਗੁਰਦੁਆਰਾ ਕੰਪਲੈਕਸ ਦੇ ਵਿੱਚ ਪਾਕਿਸਤਾਨੀ ਮਾਡਲ ਨੇ ਫੋਟੋ ਸ਼ੂਟ ਕਰਵਾ ਕੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਤੇ ਇਤਰਾਜ਼ਯੋਗ ਗੱਲ ਸਭ ਤੋਂ ਵੱਡੀ ਇਹ ਹੈ ਕਿ ਸਿਰ ਨਹੀਂ ਢੱਕਿਆ ਹੋਇਆ ਤੇ ਦੂਸਰਾ ਉਹ ਇੱਕ ਜਿਸ ਤਰੀਕੇ ਨਾਲ ਪਿਕਨਿਕ ਵਾਲੇ ਅੰਦਾਜ਼ ਦੇ ਵਿੱਚ ਫੋਟੋ ਸ਼ੂਟ ਕਰਵਾਉਣ ਵਾਲੇ ਅੰਦਾਜ਼ ਦੇ ਵਿੱਚ ਫੋਟੋਆਂ ਕਰਵਾ ਰਹੀ ਹੈ, ਜਿਵੇਂ ਕੋਈ ਜਿਹੜੀ ਘੁੰਮਣ ਵਾਲੀ ਥਾਂ ਤੇ ਜਾ ਕੇ ਇਨਸਾਨ ਫੋਟੋਆਂ ਖਿਚਵਾਉਂਦਾ ਹੈ। ਤੇ ਮਾਡਲ ਲਾਹੌਰ ਦੀ ਰਹਿਣ ਵਾਲੀ ਹੈ। DSGMC ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਡਲ ਦੇ ਵੱਲੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਫੋਟੋ ਸ਼ੂਟ ਕਰਵਾਉਣ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਅਸਥਾਨ ਤੇ ਅਜਿਹੀ ਹਰਕਤ ਬਰਦਾਸ਼ਤ ਨਹੀਂ ਕਰਾਂਗੇ। ਸਿਰਸਾ ਨੇ ਮਾਡਲ ਨੂੰ ਸਵਾਲ ਵੀ ਪੁੱਛਿਆ ਕਿ ਕੀ ਉਹ ਇਹੀ ਜਿਹੜੀ ਹਰਕਤ ਹੈ ਆਪਣੇ ਪਾਕਿਸਤਾਨ ਸਥਿਤ ਕਿਸੇ ਵੀ ਧਰਮ ਦੇ ਕਿਸੇ ਅਸਥਾਨ ਤੇ ਕਰ ਸਕੇਗੀ। ਸਿਰਸਾ ਨੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਕਿਸਤਾਨੀ ਲੋਕਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਪਿਕਨਿਕ ਸਪੌਟ ਮੰਨਣ ਦੇ ਇਸ ਰੁਝਾਨ ਨੂੰ ਰੋਕਣ ਦੇ ਲਈ ਤੁਰੰਤ ਕੋਈ ਐਕਸ਼ਨ ਲੈਣ। ਸੋ ਜਿਵੇਂ ਹੀ ਸੋਸ਼ਲ ਮੀਡੀਆ ਦੇ ਉੱਤੇ ਇਸ ਮਾਡਲ ਨੇ ਤਸਵੀਰਾਂ ਪਾਈਆਂ, ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਤਾਂ ਜਾਣਕਾਰੀ ਮਿਲੀ ਹੈ ਕਿ ਭਾਰੀ ਵਿਰੋਧ ਤੋਂ ਬਾਅਦ ਇਸ ਮਾਡਲ ਨੇ
ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਨੇ, ਪਰ ਜ਼ਾਹਿਰ ਤੌਰ ਤੇ ਕਿਸੇ ਵੀ ਧਰਮ ਸਥਾਨ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਗਲਤ रुझान है ਜਿਹੜਾ ਉਹ पैदा करदियां ने। भारत सरकार के विदेश मंत्रालय में बात की और उनसे कहा है कि तुरंत पाकिस्तान में अपने काउंटर पार्ट से बात करें और ये यकीनी बनाएं, जैसे सबा कमर जिसने मस्जिद में ऐसी वीडियो डाली तो उसके ऊपर कानूनी कार्रवाई हुई थी, उसके ऊपर मुकदमे दर्ज हुए थे, इसके ऊपर भी मुकदमे दर्ज किए जाएं। और पाकिस्तान सरकार ने अब तक इसके ऊपर चुप्पी क्यों साध रखी है, मुझे इस बात की हैरानगी है। अगर सिख धर्म को वो मान सम्मान बराबर देते हैं अपने लोगों के, तो फिर कार्रवाई भी अब तक बराबर होनी चाहिए थी। ਹੁਣ ਤੁਹਾਨੂੰ ਦਿਖਾਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੀਡੀਓ, ਜਿਸ ਦੇ ਵਿੱਚ ਉਹ ਬੱਚਿਆਂ ਨੂੰ ਹੈਲੀਕਾਪਟਰ ਦੇ ਝੂਟੇ ਦਿਵਾ ਰਹੇ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਕਸਰ ਹੀ ਅਜਿਹੀਆਂ ਗੱਲਾਂ ਕਰਕੇ ਲੋਕਾਂ ਦਾ ਜਿਹੜਾ ਦਿਲ ਹੈ ਉਹ ਜਿੱਤਦੇ ਰਹਿੰਦੇ ਨੇ ਸਿਆਸੀ ਤੌਰ ਤੇ। ਭਾਵੇਂ ਚਰਨਜੀਤ ਸਿੰਘ ਚੰਨੀ ਦੇ ਅਕਸ ਨੂੰ ਥੋੜੀ ਬਹੁਤੀ ਢਾਹ ਹੈ ਜਿਹੜੀ ਉਹ ਜ਼ਰੂਰ ਲੱਗ ਰਹੀ ਹੈ, ਪਰ ਸਮੇਂ-ਸਮੇਂ ਤੇ ਅਜਿਹੀਆਂ ਗੱਲਾਂ ਕਰਕੇ ਆਪਣੇ ਵੱਲ ਲੋਕਾਂ ਦਾ ਧਿਆਨ ਖਿੱਚਣ ਦੇ ਵਿੱਚ ਚੰਨੀ ਕਾਮਯਾਬ ਰਹਿੰਦੇ ਨੇ। ਮੁਰਿੰਡਾ ਫੇਰੀ ਦੌਰਾਨ ਪੰਜਾਬ ਦੇ ਸੀਐਮ ਨੇ ਕੁਝ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦਿਆਂ ਦੇਖਿਆ। ਉਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਹੈਲੀਕਾਪਟਰ ਵਿੱਚ ਬਿਠਾ ਕੇ ਝੂਟੇ ਦਿਵਾਏ, ਪਿੰਡ ਦੇ ਉੱਪਰੋਂ ਗੇੜਾ ਲਵਾਇਆ। ਚੰਨੀ ਨੇ ਟਵੀਟ ਕੀਤਾ ਹੈ ਕਿ ਜਦੋਂ ਮੈਂ ਛੋਟਾ ਸੀ, ਜਹਾਜ਼ ਵੇਖਦਾ ਸੀ, ਸੋਚਦਾ ਹੁੰਦਾ ਸੀ ਇੱਕ ਦਿਨ ਮੈਨੂੰ ਵੀ ਇਸ ਵਿੱਚ ਬੈਠਣ ਦਾ ਮੌਕਾ ਮਿਲੇਗਾ। ਇਸੇ ਗੱਲ ਨੂੰ ਯਾਦ ਕਰਦਿਆਂ ਮੈਂ ਪਿੰਡ ਦੇ ਕੁਝ ਬੱਚਿਆਂ ਨੂੰ ਆਪਣੇ ਹੈਲੀਕਾਪਟਰ ਦੇ ਵਿੱਚ ਉਡਾਣ ਭਰਾਈ ਹੈ ਤੇ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ। ਉਹਨਾਂ ਨਾਲ ਗੱਲਬਾਤ ਕਰਦਿਆਂ ਕਹਿੰਦੇ ਮੈਂ ਮਹਿਸੂਸ ਕੀਤਾ ਕਿ ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪਰ ਇਹਨਾਂ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਮੈਂ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਕਿ ਮੈਂ ਉਹਨਾਂ ਦਾ ਉੱਜਲ ਭਵਿੱਖ ਬਣਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗਾ। ਸੋ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਹੁਣ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਨੇ ਜਿਹੜੇ ਉਹ ਇਹ ਵੀਡੀਓ ਜ਼ਰੂਰ ਦੇਖਣਗੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰ ਵਰਗ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੰਮ ਭਾਵੇਂ ਹੁੰਦੇ ਹੋਣ ਜਾਂ ਨਾ ਹੁੰਦੇ ਹੋਣ, ਪਰ ਐਲਾਨ ਜ਼ਰੂਰ ਹੋ ਰਹੇ ਨੇ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚੰਨੀ ਨੂੰ ਐਲਾਨ ਮੰਤਰੀ ਦਾ ਨਾਮ ਵੀ ਦੇ ਦਿੱਤਾ ਹੈ। ਕੁਝ ਖਬਰਾਂ ਓਮਿਕਰੋਨ ਦੇ ਨਾਲ ਜੁੜੀਆਂ ਹੋਰ ਆ ਗਈਆਂ ਨੇ। ਜਾਪਾਨ ਨੇ ਵਿਦੇਸ਼ੀ ਯਾਤਰੀਆਂ ਦੇ ਦਾਖਲੇ ਤੇ ਰੋਕ ਲਾ ਦਿੱਤੀ ਹੈ। ਮੁੜ ਤੋਂ ਲੋਕਡਾਊਨ ਰੋਕਾਂ ਦਾ ਸਮਾਂ ਜਿਹੜਾ ਆਉਣਾ ਸ਼ੁਰੂ ਹੋ ਗਿਆ ਹੈ। ਫਰਾਂਸ ਦੇ ਵਿੱਚ ਓਮਿਕਰੋਨ ਦੇ 8 ਸ਼ੱਕੀ ਮਰੀਜ਼ ਮਿਲੇ ਨੇ ਤੇ ਜਾਪਾਨ ਨੇ ਖਤਰਾ ਦੇਖਦੇ ਹੋਏ ਇਹ ਰੋਕ ਲਾਈ ਹੈ। ਕੈਨੇਡਾ ਦੇ ਵਿੱਚ ਨਾਈਜੀਰੀਆ ਤੋਂ ਗਏ 2 ਲੋਕਾਂ ਨੂੰ ਓਮਿਕਰੋਨ ਦੀ ਪੁਸ਼ਟੀ ਹੋਈ ਹੈ। ਓਮਿਕਰੋਨ ਦੇ ਵੱਧਦੇ ਕੇਸਾਂ ਕਾਰਨ ਕਈ ਮੁਲਕਾਂ ਨੇ ਟੈਸਟਿੰਗ ਤੇ ਇਕਾਂਤਵਾਸ ਕਰਨ ਦੇ ਅਮਲ ਦੇ ਵਿੱਚ ਤੇਜ਼ੀ ਲਿਆਂਦੀ ਹੈ। ਸ਼੍ਰੀਲੰਕਾ, ਮਾਲਦੀਵ ਸਣੇ ਕਈ ਮੁਲਕਾਂ ਨੇ ਅਫਰੀਕੀ ਦੇਸ਼ਾਂ ਦੇ ਯਾਤਰੀਆਂ ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਵੀ ਰੋਕ ਲਾਉਣ ਦੀ ਪੂਰੀ ਤਿਆਰੀ ਕਰ ਰਿਹਾ ਹੈ ਤੇ ਜਾਪਾਨ ਨੇ ਤਾਂ ਸਾਰੇ ਵਿਦੇਸ਼ੀ ਯਾਤਰੀਆਂ ਤੇ ਹੀ ਰੋਕ ਲਾ ਦਿੱਤੀ ਹੈ। ਤੇ ਹੁਣ ਸਵਾਲ ਜਿਹੜਾ ਇਹ ਖੜਾ ਹੁੰਦਾ ਹੈ ਕਿ ਵੈਕਸੀਨ ਹੈ ਜਿਹੜੀ ਕਰੋਨਾ ਦੀ, ਉਹ ਓਮਿਕਰੋਨ ਤੇ ਅਸਰਦਾਰ ਹੈ ਜਾਂ ਨਹੀਂ। ਇਸ ਨੂੰ ਪਤਾ ਕਰਨ 'ਚ ਕਹਿੰਦੇ ਸਮਾਂ ਲੱਗੇਗਾ। ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਦੇ ਨਵੇਂ ਸਰੂਪ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਨਵਾਂ ਵੇਰੀਐਂਟ ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਇਆ, ਪਰ ਦੱਖਣੀ ਅਫਰੀਕਾ ਨੇ ਇਸ ਬਾਰੇ WHO ਨੂੰ ਦੱਸ ਦਿੱਤਾ ਸੀ ਤੇ ਹੁਣ ਉਹਨਾਂ ਨੂੰ ਸਿਲਾ ਇਹ ਮਿਲ ਰਿਹਾ ਹੈ ਕਿ ਸਾਰੇ ਮੁਲਕ ਦੱਖਣੀ ਅਫਰੀਕਾ ਤੇ ਪਾਬੰਦੀਆਂ ਲਾ ਰਹੇ ਨੇ ਤੇ ਆਸਟ੍ਰੇਲੀਆ, ਇਜ਼ਰਾਈਲ ਤੇ ਨੀਦਰਲੈਂਡ ਦੇ ਵਿੱਚ ਵੀ ਇਸ ਦੇ ਜਿਹੜੇ ਕੇਸ ਨੇ ਉਹ ਮਿਲਣੇ ਸ਼ੁਰੂ ਹੋ ਗਏ ਨੇ। WHO ਕਹਿ ਰਿਹਾ ਹੈ ਕਿ ਇਸ ਵੇਰੀਐਂਟ ਦੀਆਂ 30 ਮਿਊਟੇਸ਼ਨਸ ਨੇ ਤੇ ਆਸਾਨੀ ਨਾਲ ਲੋਕਾਂ ਦੇ ਵਿੱਚ ਫੈਲ ਸਕਦਾ ਹੈ। ਇਹ ਸਰੂਪ ਜੈਨੇਟਿਕ ਪੱਧਰ ਤੇ ਪਹਿਲਾਂ ਮਿਲੇ ਸਰੂਪਾਂ ਬੀਟਾ ਤੇ ਡੈਲਟਾ ਦੇ ਨਾਲੋਂ ਵੱਖਰਾ ਹੈ, ਪਰ ਇਹ ਹਾਲੇ ਪਤਾ ਨਹੀਂ ਕਿ ਇਸ ਦਾ ਜੈਨੇਟਿਕ ਤੌਰ ਤੇ ਵੱਖ ਹੋਣਾ ਕੀ ਇਸ ਨੂੰ ਜ਼ਿਆਦਾ ਫੈਲਣ ਯੋਗ ਜਾਂ ਖਤਰਨਾਕ ਬਣਾਉਂਦਾ ਹੈ। ਵੈਕਸੀਨ ਇਸ ਤੇ ਅਸਰਦਾਰ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਹਾਲੇ ਕੁਝ ਸਮਾਂ ਹੋਰ ਲੱਗੇਗਾ। ਸੋ ਵੈਕਸੀਨ ਇਹ ਤੇ ਅਸਰਦਾਰ ਹੈਗੀ ਹੈ ਕਿ ਨਹੀਂ ਹੈਗੀ, ਇਹ ਗੱਲ ਸੁਣਨ ਤੋਂ ਬਾਅਦ ਉਹ ਲੋਕ ਜ਼ਰੂਰ ਸੋਚ ਰਹੇ ਨੇ ਕਿ ਅਸੀਂ 2 ਵੈਕਸੀਨ ਫਿਰ ਕਾਹਦੀਆਂ ਲਵਾ ਲਈਆਂ ਨੇ। ਜੇ ਕਰੋਨਾ ਦੀ ਵੈਕਸੀਨ ਓਮਿਕਰੋਨ ਤੇ ਅਸਰਦਾਰ ਹੀ ਨਹੀਂ ਹੈਗੀ ਤੇ ਫਿਰ ਸਾਡੇ ਸਰੀਰ ਦੇ ਵਿੱਚ ਜਿਹੜੀ ਵੈਕਸੀਨ ਜਿਹੜੀ ਉਹ ਸਿਰਿੰਜ ਕਰ ਦਿੱਤੀ ਗਈ ਹੈ ਉਹਦਾ ਫਾਇਦਾ ਕੀ ਹੋਊਗਾ। ਸਾਨੂੰ 2 ਵੈਕਸੀਨ ਲਾ ਦਿੱਤੀਆਂ ਗਈਆਂ ਨੇ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਹਜੇ ਪਤਾ ਨਹੀਂ ਵੈਕਸੀਨ ਅਸਰਦਾਰ ਹੈ ਜਾਂ ਨਹੀਂ ਹੈ। ਇਸੇ ਤਰ੍ਹਾਂ ਸਕਾਟਲੈਂਡ ਦੇ ਵਿੱਚ ਵੀ ਓਮਿਕਰੋਨ ਦੇ 6 ਕੇਸ ਸਾਹਮਣੇ ਆਉਣ ਦੀ ਪੁਸ਼ਟੀ ਹੋਈ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।